दुख निकंदना दुख निकंदना अमरदास गुर हृदय त्यागु हृदय त्यागु। श्री गुरु रामदास गुण गावो श्री गुरु रामदास गुण गावो। गुरु अर्जन विघ्नन के नाशक विघ्नन के नाशक। गुरु हर गोबिंद शुभ मत प्रकाशक शुभ मत प्रकाशक। गुरु हर राय नमो कर जोरी नमो कर जोरी। गुरु हर कृष्ण मनाए बहोरी मनाए बहोरी। तेग बहादुर परम कृपाला जी परम कृपाला। गुरु गोबिंद सिंह विशाला गुरु गोबिंद सिंह विशाला। तरों तरापुर पुन पुन सीसा जी पुन पुन सीसा। बंदों बार बार जगदीशा बंदों बार बार जगदीशा। साहिब श्री गुरु तेग बहादुर महाराज जी दे पावन पवित्र अस्थान गुरुद्वारा शीशगंज साहिब विखे शाम के दीवाना दे अंदर जो गुरु नानक साहब महाराज जी दे पावन पवित्र इतिहास की लड़ीवार कथा चल रही है। उहदे विच हाजरी लवा रही साध संगत जी। गुरु महाराज जी सत संगत नूं सत संगत करना गुरबाणी सुनना अते पढ़ना इनू बड़ा सर्वोत्तम कर्म मानते ने बड़ा श्रेष्ठ कर्म मानते ने। और ये कर्म मनुख नूं उदों प्राप्त हुंदा है जो उहदे बड़े वड्डे कर्म हो जाए। जिंदगी दे चंगे कर्म कर करके जदों ज़्यादा भाग बन जाए उन्होंने फिर कहते हैं ये वडभागी हो गया है। गुरबाणी विच वैसे ऐसा भी आया है कई मनुखों का कर्म ऐसा बन जाता है जो सोने नूं भी हाथ पाउंदे ने लोहा बन जाता है। जे वो सोने नूं हथ पाए खेऊ सेती रल गया। कईयां दा कर्म ऐसा हो जाता है सोने नूं हथ पाउंदे ने लोहा बन जाता है। कईयां दा कर्म ऐसा हो जाता है लोहे नूं हथ पाउंदे ने सोना बन जाता है। इनू वडभाग कहंदे ने। जदों कर्म बनते रहन जदों चंगे कर्म बन जाते हैं उन्होंने कहते वडभागी हर संगत पावै। वड्डे भाग की निशानी है वो जां ते गुरु की बाणी पढ़ेगा सुनेगा समझेगा कीर्तन सुनेगा कीर्तन करेगा कथा सुनेगा कथा करेगा। ये वडभागी की निशानी है। सो आओ अज की जिहड़ी कथा है गुरु साहब जी कई सिखा ने महाराज नूं सवाल करने ने। मेरे शहनशाह गुरु नानक साहब जी ने उन्होंने जवाब देने ने। आओ बड़े प्यार अते सत्कार दे नाल जिहड़ी अगे कथा चलनी है उन्होंने श्रवण करिए जी। एक बारी सारे जने मनोबीरतियां नूं एकागर करो। गुरु मंत्र दे विच बोलिए सतनाम श्री वाहिगुरु साहिब जी। दोहरा सतगुर को सुन कै शब्द कीन कमावन जाहे।
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਜਿਨ੍ਹਾਂ ਗੁਰੂ ਦੇ ਸ਼ਬਦ ਸੁਣੇ ਤੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਸੁਣ ਕੇ, ਗੁਰੂ ਦੇ ਸ਼ੁਭ ਉਪਦੇਸ਼ਾਂ ਨੂੰ ਸੁਣ ਕੇ ਜੇ ਉਹਨਾਂ ਨੇ ਕਮਾ ਲਿਆ, ਉਹਨਾਂ ਨੂੰ ਫਿਰ ਗੁਰੂ ਕੀ ਦਿੰਦਾ ਹੈ? ਦੋ ਸੰਤਰ ਮਾਇਆ ਤੇ ਤਰੇ, ਨਮਸਕਾਰ ਮਮਤਾ ਹੈ। ਇਹੋ ਜਿਹੇ ਮਨੁੱਖ ਜਿਹੜੀ ਦੁਨੀਆ ਦੀ ਮਾਇਆ ਹੈ, ਮਾਇਆ ਦਾ ਮਤਲਬ ਇਹ ਨਹੀਂ ਪੈਸਾ ਨਾ, ਗੁਰਬਾਣੀ ਮਾਇਆ ਪੈਸਾ ਨੂੰ ਨਹੀਂ ਮੰਨਦੀ ਇਕੱਲਾ। ਮਾਇਆ ਦਾ ਮਤਲਬ ਇਹ ਜਾਣਨਾ ਕਰੋ, ਜਿਹੜੀ ਚੀਜ਼ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰਦੀ ਹੈ, ਦੁਸ਼ਟਰ ਜਿਹੜੀ ਪਰਮਾਤਮਾ ਤੋਂ ਦੂਰ ਕਰੇ, ਉਹ ਮਾਇਆ ਹੈ। ਉਹਦੇ ਵਿੱਚ ਕੁਝ ਵੀ ਹੋ ਸਕਦਾ ਹੈ। ਕਈ ਵਾਰੀ ਐਸਾ ਹੁੰਦਾ, ਮਹਾਰਾਜ ਤੇ ਮੰਨਦੇ ਨੇ ਮਨੁੱਖ ਨੂੰ 4 ਵੇਦ ਵੀ ਕੰਠ ਹੋਣ, ਗੁਰੂ ਸਾਹਿਬ ਦੀ ਬਾਣੀ ਵੀ ਕੰਠ ਹੋਏ, ਕਿ ਉਹ ਮਾਇਆਧਾਰੀ ਨਹੀਂ ਹੋ ਸਕਦਾ? ਹੋ ਸਕਦਾ ਹੈ। ਨਾਮ ਵੀ ਜਪੇ, ਕਿ ਉਹ ਮਾਇਆਧਾਰੀ ਨਹੀਂ ਹੋ ਸਕਦਾ? ਸਿਰਫ ਗੁਰੂ ਜੀ ਇਹ ਕਹਿੰਦੇ ਨੇ, ਅਸਲ ਦੇ ਵਿੱਚ ਮਾਇਆ ਉਤਰਦੀ ਕਦੋਂ ਹੈ? ਜਦੋਂ ਮਨੁੱਖ ਦਾ ਮਨ ਗੁਰੂ ਨਾਲ ਜੁੜ ਜਾਂਦਾ। ਜਿੱਦਣ ਪਰਮੇਸ਼ਰ 'ਚ ਮਨ ਜੁੜ ਗਿਆ, ਭਾਵੇਂ ਲੱਖਾਂ ਰੁਪਈਏ ਉਹਦੇ ਕੋਲ ਹੋਣ, ਉਹ ਫਿਰ ਮਾਇਆਧਾਰੀ ਨਹੀਂ ਹੈ। ਆਪਾਂ ਮਹਾਰਾਜ ਦੀ ਇਹ ਪੰਕਤੀ ਦਾ ਕਈ ਵਾਰੀ ਅਰਥ ਐਵੇਂ ਕਰਦੇ ਹਾਂ, ਮਾਇਆਧਾਰੀ ਅਤ ਅੰਨਾ ਬੋਲਾ। ਇਹਦਾ ਮਤਲਬ ਇਹ ਹੈ ਵੀ ਜਿਹਦੇ ਕੋਲ ਬੜਾ ਜ਼ਿਆਦਾ ਪੈਸਾ, ਉਹ ਮਾਇਆਧਾਰੀ ਨਹੀਂ। ਐਸਾ ਨਹੀਂ ਹੈ। ਮਹਾਰਾਜ ਤੇ ਐਵੇਂ ਕਹਿੰਦੇ ਨੇ, ਕਈ ਮਨੁੱਖ ਬੜੇ ਵੱਡੇ ਰਾਜੇ ਹੁੰਦੇ ਨੇ, ਰਾਜੇ ਹੁੰਦਿਆਂ ਵੀ ਮਾਇਆਧਾਰੀ ਨਹੀਂ ਹੁੰਦੇ। ਆਪ ਜੀ ਕਹੋਗੇ ਇਹ ਤੇ ਅਲੱਗ ਦੀ ਚਾਲ ਹੋ ਗਈ। ਗੁਰੂ ਜੀ ਬਾਣੀ ਵਿੱਚ ਹੀ ਕਹਿੰਦੇ ਨੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਜਨਕ ਜੀ ਰਾਜਾ ਵੀ ਸੀ, ਪਰ ਗੁਰਮੁਖ ਵੀ ਸੀ। ਪਰ ਐਸਾ ਜਿਹੜਾ ਕੇਸ ਹੈ ਉਹ ਰੇਅਰ ਹੈ। 100 ਵਿੱਚੋਂ 2-4% ਹੀ ਕੇਸ ਐਸੇ ਹੁੰਦੇ ਨੇ, ਨਹੀਂ ਜਿਨ੍ਹਾਂ ਨੂੰ ਰਾਜ ਮਿਲਿਆ ਹੋਏ, ਪੈਸਾ ਮਿਲਿਆ ਹੋਏ ਤੇ 1 ਲੱਖ ਤੋਂ ਨਾ ਡੋਲਣ, ਐਸਾ ਨਹੀਂ ਹੁੰਦਾ। ਇਸ ਕਰਕੇ ਈਸਾ ਤੇ ਇਵੇਂ ਕਹਿੰਦੇ ਨੇ, ਕਹਿੰਦੇ ਮੈਂ ਇਵੇਂ ਮੰਨ ਸਕਦਾ, ਹਾਥੀ ਸੂਈ ਦੇ ਨੱਕੇ 'ਚੋਂ ਨਿਕਲ ਗਿਆ, ਮੈਂ ਇਹ ਮੰਨ ਲਵਾਂਗਾ। ਕਹਿੰਦੇ ਜਿਹਦੇ ਕੋਲ ਬਹੁਤ ਜ਼ਿਆਦਾ ਮਾਇਆ ਰੱਬ ਨੇ ਦਿੱਤੀ ਹੋਏ ਤੇ ਉਹ ਗੁਰਮੁਖ ਬਣ ਜਾਏ, ਐਸਾ ਮੈਂ ਨਹੀਂ ਮੰਨਦਾ। ਕਿਉਂਕਿ ਮਹਾਰਾਜ ਕਹਿੰਦੇ ਨੇ, ਜਦੋਂ ਮਾਇਆ ਦਾ ਸੁੱਖ ਮਨੁੱਖ ਦੇ ਕੋਲ ਆਉਂਦਾ ਹੈ, ਫਿਰ ਉਹਨੂੰ ਰੱਬ ਭੁੱਲ ਜਾਂਦਾ ਹੈ। ਸੱਚਾਈ ਹੈ। ਇਸ ਕਰਕੇ ਉਹ ਕਹਿੰਦੇ ਨੇ, ਜਿਸ ਦਿਨ ਪਰਮਾਤਮਾ ਦੇ ਨਾਮ ਨੂੰ ਮਨੁੱਖ ਜਪਣਾ ਕਰਦਾ ਹੈ, ਗੁਰੂ ਦੇ ਸ਼ਬਦ ਸੁਣਦਾ ਹੈ, ਉਸ ਦਿਨ ਉਹਦੇ ਅੰਦਰੋਂ ਜਿਹੜੀ ਮਾਇਆ ਦੀ ਪਾਹ ਹੈ ਉਹ ਉਤਰ ਜਾਂਦੀ ਹੈ। ਸ਼੍ਰੀ ਅੰਗਦ ਸੁਣ ਕਥਾ ਅਗਾਰੀ, ਬੈਠੇ ਪ੍ਰਭ ਧਰਮਸਾਲ ਮਜਾਰੀ। ਗੁਰੂ ਸਾਹਿਬ ਜੀ ਭਾਈ ਬਾਲਾ ਜੀ ਕਹਿੰਦੇ ਨੇ, ਹੇ ਗੁਰੂ ਅੰਗਦ ਦੇਵ ਜੀ, ਹੁਣ ਅਗਲੀ ਕਥਾ ਸੁਣੋ। ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਧਰਮਸ਼ਾਲ ਦੇ ਵਿੱਚ ਬੈਠੇ ਨੇ। ਭਾਵ ਜਿਹੜਾ ਕਰਤਾਰਪੁਰ ਸਾਹਿਬ ਧਰਮਸ਼ਾਲ ਬਣੀ ਹੋਈ ਹੈ, ਉਹਦੇ ਵਿੱਚ ਮਹਾਰਾਜ ਬੈਠੇ ਹੋਏ ਹਨ। ਨਰ ਅਨੇਕ ਦਰਸ਼ਨ ਹਿਤ ਆਵਹੇ, ਸ਼ਬਦ ਸੁਣੇ ਹਰ ਬਹੁਰ ਸਿਧਾਵਹੇ। ਕਹਿੰਦੇ ਅਨੇਕਾਂ ਹੀ ਨਰ, ਬੜੀ ਸੰਗਤ ਆਉਂਦੀ ਹੈ ਮਹਾਰਾਜ ਦੇ ਦਰ ਤੇ। ਗੁਰੂ ਸਾਹਿਬ ਕਰਤਾਰਪੁਰ ਰਹਿੰਦੇ ਨੇ, ਸੰਗਤ ਦਰਸ਼ਨਾਂ ਨੂੰ ਆਉਂਦੀ ਹੈ, ਤੇ ਕਈ ਜਿਹੜੇ ਸਿੱਖ ਨੇ ਆਪਣੇ ਸਵਾਲ ਲੈ ਕੇ ਆਉਂਦੇ ਹਨ। ਮਾਲੋ ਮੰਗੋ ਦ્વੈ ਸਿੱਖ ਆਏ, ਚਰਨ ਕਮਲ ਪਰ ਸੀਸ ਨਿਵਾਏ। ਕਹਿੰਦੇ 2 ਸਿੱਖ ਆਉਂਦੇ ਨੇ, ਮਾਲੋ ਤੇ ਮੰਗੋ। ਮਨਜੀਤ ਤੇ ਮੈਂ ਠੀਕ ਕਰਾਂਗਾ। ਮਨਜੀਤ, ਮਾਲੋ ਤੇ ਮੰਗੋ, 2 ਸਿੱਖ ਆਉਂਦੇ ਨੇ। ਉਹਨਾਂ ਦੋਨਾਂ ਸਿੱਖਾਂ ਨੇ ਆ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਹੈ, ਤੇ ਨਮਸਕਾਰ ਕਰਨ ਤੋਂ ਬਾਅਦ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਮੱਥਾ ਟੇਕਿਆ ਹੈ। ਹਾਥ ਬੰਦ ਅਰਦਾਸ ਬਖਾਨੀ, ਕਰੋ ਕਿਰਪਾ ਸ੍ਰੀ ਗੁਰ ਗੁਣ ਖਾਨੀ। ਉਹਨਾਂ ਨੇ ਦੋਵੇਂ ਹੱਥ ਜੋੜੇ ਤੇ ਮਹਾਰਾਜ ਜੀ ਅੱਗੇ ਅਰਦਾਸ ਕੀਤੀ। ਕਹਿੰਦੇ, ਸੱਚੇ ਪਾਤਸ਼ਾਹ, ਅਸੀਂ ਤੁਹਾਡੇ ਤੋਂ ਕੁਝ ਲੈਣ ਲਈ ਆਏ ਆ। ਇਹ ਗੁਣਾਂ ਦੇ ਖਾਨ ਗੁਰੂ ਨਾਨਕ ਦੇਵ ਜੀ, ਸਾਡੇ ਤੇ ਕਿਰਪਾ ਕਰੋ। ਨਿਜ ਮੁਖ ਸੋ ਉਪਦੇਸ਼ ਕਰੀਜੈ, ਜਿਹ ਤੇ ਜਨਮ ਮਰਨ ਕੱਟ ਦੀਜੈ। ਇਹਨਾਂ ਨੇ ਪਹਿਲਾ ਸਵਾਲ ਹੁਣ ਗੁਰੂ ਨਾਨਕ ਸਾਹਿਬ ਨੂੰ ਕੀਤਾ। ਮਹਾਰਾਜ,
ਮੈਨੂੰ ਹੁਣ ਉਪਦੇਸ਼ ਦਿਓ। ਉਪਦੇਸ਼ ਕੈਸਾ ਦਿਓ? ਕਹਿੰਦੇ ਐਸਾ ਉਪਦੇਸ਼ ਦਿਓ ਜਿਸ ਉਪਦੇਸ਼ ਦੇ ਨਾਲ ਜਨਮ ਮਰਨ ਕੱਟਿਆ ਜਾਏ। ਕਿਉਂਕਿ ਇਸ ਦੁਨੀਆ ਤੇ ਅਸੀਂ ਜਿੰਨੇ ਵੀ ਇੱਥੇ ਜੀਵ ਆ ਇੱਕ ਕਾਰਜ ਨੂੰ ਲੈ ਕੇ ਆਏ ਹੋਏ। ਬਾਕੀ ਜਿਹੜਾ ਧਨ ਕਮਾਣਾ ਹੈ, ਜੋ ਕੁਝ ਵੀ ਇੱਥੇ ਬਣਾਉਣਾ ਹੈ, ਇਹ ਸਾਰੇ ਦਾ ਸਾਰਾ ਸਾਧਨ ਹੈ ਸਰੀਰ ਨੂੰ ਪਾਲਣ ਦਾ। ਬਸ ਇੱਥੋਂ ਤੋਂ ਹੀ ਸੀਮਤ ਹੈ। ਪੈਸੇ ਦਾ ਕਮਾਉਣਾ, ਜੋ ਵੀ ਕਮਾ ਰਿਹਾ ਰੋਟੀਆਂ ਹੀ ਕਮਾ ਰਿਹਾ, ਇਹ ਸਿਰਫ ਇੱਥੋਂ ਤੋਂ ਹੀ ਸੀਮਤ ਹੈ। ਰੋਟੀ ਮਿਲ ਜਾਏ, ਕੱਪੜਾ ਮਿਲ ਜਾਏ ਤੇ ਮਕਾਨ ਮਿਲ ਜਾਏ, ਇੱਥੋਂ ਤੋਂ ਹੀ ਹੈ। ਮੇਨ ਕਾਰਜ ਮਨੁੱਖ ਦਾ ਇੱਥੇ ਪਰਮਾਤਮਾ ਦੀ ਬੰਦਗੀ ਕਰਕੇ ਪਰਮਾਤਮਾ ਦੇ ਵਿੱਚ ਮਿਲ ਜਾਣਾ ਹੈ। ਬਸ ਇਹ ਪਰਮਾਰਥ ਹੈ ਮਨੁੱਖ ਦਾ, ਪਰਮ ਅਰਥ ਹੈ ਦੁਨੀਆ ਦੇ ਉੱਤੇ। ਤੇ ਮਹਾਰਾਜ ਨੇ ਤਾਂ ਹੀ ਕਿਹਾ ਤਿਸਮੇ ਧਰਤੀ ਥਾਪ ਰੱਖੀ ਧਰਮਸ਼ਾਲ। ਇਹ ਧਰਤੀ ਧਰਮਸ਼ਾਲਾ ਹੈ। ਇਹ ਧਰਤੀ ਧਰਮ ਕਮਾਉਣ ਦੀ ਥਾਂ ਹੈ। ਮਹਾਰਾਜ ਜੀ ਨੂੰ ਕਹਿੰਦੇ ਮਹਾਰਾਜ ਜਨਮ ਮਰਨ ਕਿਵੇਂ ਕੱਟਿਆ ਜਾਏਗਾ, ਸਾਨੂੰ ਇਹ ਦੱਸ ਦੇਵੋ। ਇਉ ਸੁਨ ਜਿਨ ਕਰੁਣਾ ਰਸ ਨੈਨਾ ਭਗਤ ਪ੍ਰਕਾਸ਼ਨ ਹਿਤ ਕਹਿ ਬੈਨਾ। ਐਵੇਂ ਸੁਣ ਕੇ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਨੈਣ ਹਮੇਸ਼ਾ ਪਰਮਾਤਮਾ ਦੇ ਰਸ ਦੇ ਨਾਲ ਭਰੇ ਰਹਿੰਦੇ ਨੇ, ਜਿਨ੍ਹਾਂ ਦੀ ਅੱਖਾਂ ਦੇ ਵਿੱਚ ਇੰਨਾ ਨੂਰ ਹੈ, ਜੇ ਕਿਸੇ ਵੱਲ ਉਹ ਤੱਕ ਲੈਂਦੇ ਨੇ ਉਹਨਾਂ ਦੀ ਅੱਖਾਂ ਦੇ ਵਿੱਚੋਂ ਕਈ ਰੋਗੀਆਂ ਦੇ ਰੋਗ ਦੂਰ ਹੋ ਜਾਂਦੇ ਨੇ। ਐਸੀ ਉਹਨਾਂ ਦੇ ਅੱਖਾਂ ਦੇ ਵਿੱਚ ਨੂਰ ਹੈ। ਚਰਨਾਂ ਦੇ ਵਿੱਚ ਰਸ ਨਾਲ ਭਰੇ ਹੋਏ ਗੁਰੂ ਨਾਨਕ ਦੇਵ ਜੀ ਉਹਨਾਂ ਸਿੱਖਾਂ ਦੇ ਹਿਰਦੇ ਦੇ ਵਿੱਚ ਭਗਤੀ ਨੂੰ ਦ੍ਰਿੜ ਕਰਾਉਣ ਦੇ ਲਈ ਸੱਚੇ ਪਾਤਸ਼ਾਹ ਹੁਣ ਉਹਨਾਂ ਨੂੰ ਉਪਦੇਸ਼ ਦੇਣ ਲੱਗੇ ਹਨ। ਅਗਨ ਤਾਪਨਾ ਜਲ ਮਹਿ ਰਹਿਨੋ ਬ੍ਰਤ ਕਰਨੋ ਸੀਤੋਸਨ ਸਹਿਨੋ। ਮਹਾਰਾਜ ਕਹਿੰਦੇ ਅਗਨ ਦੇ ਵਿੱਚ ਆਪਣੇ ਆਪ ਨੂੰ ਭਾਵ ਅਗਨ ਦੇ ਵਿੱਚ ਖਲੋ ਕੇ ਤਪ ਕਰਨਾ, ਅਗਨ ਦਾ ਸੇਕ ਸਹਿਣਾ। ਨਾਲ ਦੀ ਨਾਲ ਕਹਿੰਦੇ ਨੇ ਤਪਣਾ, ਅਗਨ ਦੇ ਵਿੱਚ ਤਪਣਾ, ਜਲ ਦੇ ਵਿੱਚ ਖਲੋ ਕੇ ਭਗਤੀ ਕਰਨਾ। ਨਾਲ ਦੀ ਨਾਲ ਕਹਿੰਦੇ ਨੇ ਠੰਡ ਦੇ ਵਿੱਚ ਰਹਿਣਾ। ਇਹ ਸਾਰੇ ਕਰਮ ਇਹ ਤਪ ਹੁੰਦੇ ਨੇ ਇਹ ਵੀ। ਤੇ ਨਾਲ ਦੀ ਮਹਾਰਾਜ ਕਹਿੰਦੇ ਨੇ ਠੰਡਾ ਗਰਮ ਸਹਿਣਾ। ਇਸ ਪ੍ਰਕਾਰ ਦੇ ਜਿਹੜੇ ਤਪ ਹਨ। ਉਰਦ ਬਾਹੋ ਅਧੋ ਸਿਰ ਕਰਨਾ ਖਰੇ ਹੋਣ ਚਿਰ ਲਉ ਇੱਕ ਚਰਣਾ। ਇੱਕ ਦੂਜਾ ਤਪ ਵੀ ਹੈ ਆਪਣੇ ਸਰੀਰ ਨੂੰ ਪੁੱਠਾ ਲਟਕਾ ਲੈਣਾ। ਕਈ ਐਸਾ ਕਰਦੇ ਨੇ ਬਾਹਾਂ ਉੱਤੇ ਖੜੀਆਂ ਕਰ ਲੈਣੀਆਂ ਸਿੱਧੀਆਂ, ਇਹ ਵੀ ਤਪ ਦਾ ਹਿੱਸਾ ਹੈ। ਨਾਲ ਦੀ ਨਾਲ ਇੱਕ ਚਰਨ ਤੇ ਖੜੇ ਹੋ ਜਾਣਾ, ਇਹਨੂੰ ਵੀ ਤਪ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਇਹ ਜਿੰਨੇ ਵੀ ਤਪ ਹਨ, ਕੰਦ ਮੂਲ ਚੁਨ ਖਾਵਣੇ ਤੀਰਤ ਤੀਰ ਨਿਵਾਸ। ਤੇ ਬਨਾਂ ਦੇ ਘਰ ਛੱਡ ਦੇਣੇ, ਬਨਾਂ ਦੇ ਵਿੱਚ ਚਲੇ ਜਾਣਾ ਤੇ ਬਨਾਂ ਵਿੱਚ ਜਾ ਕੇ ਕੰਦ ਮੂਲ ਖਾਣਾ, ਭਾਵ ਰੁੱਖਾਂ ਦੇ ਪੱਤੇ ਪੁੱਤੇ ਖਾ ਕੇ ਗੁਜ਼ਾਰਾ ਕਰਨਾ ਅਤੇ ਤੀਰਥਾਂ ਦੇ ਇਸ਼ਨਾਨ ਕਰਨੇ ਤੇ ਉਹਨਾਂ ਦੇ ਕੰਢਿਆਂ ਤੇ ਹੀ ਘਰ ਬਣਾ ਲੈਣੇ। ਭੂਮ ਪਰਮ ਚੰਦਰਾਇਨੀ ਤਮ ਗੁਣ ਇਹ ਤਪ ਰਾਸ। ਮਹਾਰਾਜ ਕਹਿੰਦੇ ਭੂਮ ਤੇ ਘੁੰਮਣਾ ਫਿਰਨਾ, ਧਰਤੀ ਤੇ ਘੁੰਮਦੇ ਫਿਰਦੇ ਰਹਿਣਾ। ਕਈ ਐਸੇ ਵੀ ਹੁੰਦੇ ਨੇ ਜਪੀ ਤਪੀ ਜਿਹੜੇ ਇੱਕ ਥਾਂ ਨਹੀਂ ਖਲੋਂਦੇ, ਅੱਜ ਇੱਥੇ ਰਹਿਣਗੇ ਕੱਲ ਨੂੰ ਅੱਗੇ ਚਲੇ ਜਾਣਗੇ। ਇੱਕ ਚੰਦਰਾਇਣੀ ਵਰਤ ਰੱਖਣਾ, ਭਾਵ ਜਿਵੇਂ ਜਿਵੇਂ ਚੰਦਰਮਾ ਵੱਧਦਾ ਰਹਿੰਦਾ ਇਵੇਂ ਇਵੇਂ ਰੋਟੀ ਵਧਾਉਂਦੇ ਰਹਿਣਾ, ਜਿਵੇਂ ਜਿਵੇਂ ਚੰਦਰਮਾ ਘਟਦਾ ਰੋਟੀ ਘਟਾਉਂਦੇ ਰਹਿਣਾ। ਇਹਨੂੰ ਚੰਦਰਾਇਣੀ ਵਰਤ ਕਹਿੰਦੇ ਨੇ। ਇਹ ਜਿੰਨੇ ਵੀ ਮਹਾਰਾਜ ਨੇ ਦੱਸੇ ਨੇ, ਪੈਰਾਂ ਤੋਂ ਨੰਗੇ ਰਹਿਣਾ, ਜਲ ਦੇ ਵਿੱਚ ਆਪਣੇ ਸਰੀਰ ਨੂੰ ਤਪਾਉਣਾ, ਪਾਣੀ ਵਿੱਚ ਬਹਿਣਾ, ਇੱਕ ਲੱਤ ਤੇ ਖੜੇ ਹੋਣਾ, ਇਹ ਜਿੰਨੇ ਵੀ ਤਪ ਨੇ ਇਹ ਸਾਰੇ ਤਪਾਂ ਨੂੰ ਮਹਾਰਾਜ ਜੀ ਨੇ ਤਮੋ ਰੂਪੀ ਤਪ ਕਿਹਾ ਹੈ। ਹੋਤੇ ਮਨ ਜੋ ਇਕਾਗਰ ਕਰਨੋ ਕਥਾ ਕੀਰਤਨ ਮਹਿ ਪੁੰਨ ਧਰਨੋ। ਹੁਣ ਮਹਾਰਾਜ ਅਗਲਾ ਇੱਕ ਪ੍ਰਕਾਰ ਦਾ ਹੋਰ ਵੀ ਤਪ ਹੈ। ਉਹ ਕਿਹੜਾ? ਗੋ ਕਹਿੰਦੇ ਨੇ ਇੰਦਰੀਆਂ ਨੂੰ, ਅੱਖਾਂ, ਕੰਨ, ਇਹ ਬਾਹਾਂ, ਨੱਕ, ਜੀਭ, ਇਹ ਸਾਰੀਆਂ ਗਿਆਨ ਤੇ ਕਰਮ ਇੰਦਰੀਆਂ ਨੂੰ ਰੋਕਣਾ। ਅੱਖਾਂ ਨੂੰ ਮਾੜੀ ਥਾਂ ਤੋਂ ਜਾਣ ਤੋਂ ਰੋਕਣਾ, ਕੰਨਾਂ ਨੂੰ ਨਿੰਦਿਆ ਸੁਣਨ ਤੋਂ ਰੋਕਣਾ, ਤੇ ਨਾਲ ਦੀ ਨਾਲ ਕਥਾ ਸੁਣਨੀ, ਕੀਰਤਨ ਸ਼ਰਵਣ ਕਰਨਾ। ਰੋਚ ਯੁੱਧ ਗੁਣਨਾ ਗਾਵਣਾ ਸੁਣਨੋ
ਮਿਲ ਕੇ ਸਤ ਸੰਗਤ ਨਿਤ ਪੁੰਨੋ। ਮਹਾਰਾਜ ਜੀ ਕਹਿੰਦੇ ਨਾਲ ਦੀ ਨਾਲ ਪ੍ਰਭੂ ਦੇ ਸੁੰਦਰ ਗੀਤ ਗਾਉਣੇ, ਪਰਮਾਤਮਾ ਦੇ ਸ਼ਬਦ ਸੁਣਨੇ ਗਾਉਣੇ, ਇਸ ਪ੍ਰਕਾਰ ਦਾ ਕਰਮ ਕਰਨਾ ਤੇ ਰੋਜ਼ ਸੰਗਤ ਵਿੱਚ ਜਾਣਾ ਤੇ ਪਰਮਾਰਥ ਦੀ ਗੱਲ ਸੁਣਨੀ। ਭਾਵ ਵੀ ਦੁਨੀਆ ਤੇ ਪਰਮਾਰਥ ਕੀ ਹੈ, ਸੱਚਾਈ ਕੀ ਹੈ, ਇਹਦੀ ਵਾਰਤਾ ਸੁਣਨੀ। ਇਹਦੇ ਬਾਰੇ ਗੁਰੂ ਜੀ ਕੀ ਕਹਿੰਦੇ ਹਨ? ਕਰਮ ਤਾਪਸੀ ਕਰਨ ਦੁਖਾਰੇ, ਇਹ ਜੋ ਰਾਜਸੀ ਲਖੋ ਸੁਖਾਰੇ। ਮਹਾਰਾਜ ਜੀ ਕਹਿੰਦੇ ਜਿਹੜੇ ਪਹਿਲੇ ਦੱਸੇ ਨੇ, ਅਗਨ ਦੇ ਵਿੱਚ ਬਹਿਣਾ, ਅਗਨ ਦਾ ਤਪ ਸਹਿਣਾ, ਧੁੱਪ ਦੇ ਵਿੱਚ ਖਲੋਤੇ ਰਹਿਣਾ, ਇੱਕ ਪੈਰ ਤੇ ਖਲੋਣਾ, ਇਹ ਬੜੇ ਔਖੇ ਨੇ ਅੱਜ ਦੇ ਸਮੇਂ 'ਚ, ਇਹ ਨਹੀਂ ਕੀਤੇ ਜਾ ਸਕਦੇ। ਆ ਜਿਹੜੇ ਹੁਣ ਦੱਸੇ ਨੇ, ਸੰਗਤ ਦੇ ਵਿੱਚ ਜਾਣਾ, ਕਥਾ ਸੁਣਨੀ, ਕੀਰਤਨ ਸੁਣਨਾ, ਕੀਰਤਨ ਕਰਨਾ, ਇਹ ਜਿੰਨੇ ਵੀ ਗੁਣ ਨੇ ਮਹਾਰਾਜ ਜੀ ਕਹਿੰਦੇ ਇਹ ਰਾਜਸੀ ਨੇ, ਰਾਜ ਯੋਗ ਹੈ, ਇਹ ਸੌਖੇ ਨੇ। ਅੱਜ ਦੇ ਸਮੇਂ ਵਿੱਚ ਇਹ ਸੌਖੇ ਕਰਮ ਹਨ। ਫਲ ਬੇਸਾਲ ਹਵੈ ਹੋਰ ਕਮਾਈ, ਤਿੰਨ ਮਿਹਨਤ ਵੱਡ ਲਗ ਫਲ ਪਾਈ। ਮਹਾਰਾਜ ਕਹਿੰਦੇ ਇਹਨਾਂ ਵਿੱਚ ਜ਼ੋਰ ਤੇ ਘੱਟ ਲੱਗਦਾ। ਹੁਣ ਕਥਾ ਸੁਣਨੀ, ਕੀਰਤਨ ਕਰਨਾ, ਵੈਸੇ ਮਹਾਰਾਜ ਤੁਸੀਂ ਹੀ ਕਹਿ ਰਹੇ ਹੋ ਵੀ ਇਹਨਾਂ ਵਿੱਚ ਜ਼ੋਰ ਘੱਟ ਲੱਗਦਾ ਹੈ, ਪਰ ਇਹ ਅੱਜ ਦੇ ਸਮੇਂ ਦੇ ਵਿੱਚ ਤੇ ਇਹ ਵੀ ਬੜਾ ਔਖਾ ਹੈ। ਕੋਈ ਸਮਾਂ ਸੀ ਲੋਕ ਇੱਕ ਇੱਕ ਪੈਰ ਤੇ ਖਲੋ ਕੇ ਭਗਤੀ ਕਰਦੇ ਸੀ, ਉਵੇਂ ਵੀ ਕੀਤੀ ਹੈ। ਜਿਨ੍ਹਾਂ ਨੂੰ ਗੁਰੂ ਨਹੀਂ ਨਾ ਪੂਰਾ ਮਿਲਿਆ ਉਹਨਾਂ ਐਵੇਂ ਵੀ ਕੀਤਾ, ਬਾਹਾਂ ਖੜੀਆਂ ਕਰ ਲੈਣੀਆਂ, ਬਾਹਾਂ ਸੋਕੀ ਜਾਣੀਆਂ, ਹੱਠ ਧਾਰ ਲੈਣੀ, ਮੈਂ ਬਾਂਹ ਨਹੀਂ ਥੱਲੇ ਕਰਨੀ, ਤੇ ਨਾਲ ਮੰਤਰ ਦਾ ਉਚਾਰਨ ਕਰੀ ਜਾਣਾ। ਮਹਾਰਾਜ ਕਹਿੰਦੇ ਜਿਹੜਾ ਆਹ ਤਪ ਹੈ, ਕੀਰਤਨ ਕਥਾ ਕਰਨਾ, ਕਥਾ ਸੁਣਨੀ, ਇਹ ਬੜਾ ਸੌਖਾ ਹੈ। ਤੇ ਮਹਾਰਾਜ ਕਹਿੰਦੇ ਇਹਦੇ ਵਿੱਚ ਇੱਕ ਤੇ ਕੰਮ ਥੋੜਾ ਲੱਗਦਾ, ਮਿਹਨਤ ਥੋੜੀ ਹੈ, ਪਰ ਇਸ ਕਰਮ ਦਾ ਫਲ ਜਿਹੜਾ ਹੈ ਉਹ ਤਮ ਗੁਣ ਤੋਂ ਜ਼ਿਆਦਾ ਹੈ। ਸੁਣਤ ਪ੍ਰਸ਼ਨ ਮਾਲੋ ਕਹਿਓ, ਫਲ ਮਿਹਨਤ ਅਨੁਸਾਰ। ਪਰ ਉਹ ਸਿੱਖ ਨੇ ਨਾ ਨਾਲ ਹੀ ਮਹਾਰਾਜ ਤੇ ਸਵਾਲ ਕਰ ਦਿੱਤਾ, ਕਹਿੰਦੇ ਐਵੇਂ ਕਿਵੇਂ ਮਹਾਰਾਜ? ਦੁਨੀਆ ਦੇ ਵਿੱਚ ਜਿਹੜੇ ਕੰਮ ਦੀ ਮਿਹਨਤ ਹੁੰਦੀ ਹੈ, ਜਿੰਨੀ ਜ਼ਿਆਦਾ ਮਿਹਨਤ ਹੋਏਗੀ ਉਨਾ ਹੀ ਜ਼ਿਆਦਾ ਫਲ ਹੋਏਗਾ, ਤੇ ਤੁਸੀਂ ਕਹਿ ਰਹੇ ਹੋ ਵੀ ਮਿਹਨਤ ਘੱਟ ਲੱਗਦੀ ਹੈ, ਫਲ ਜ਼ਿਆਦਾ ਮਿਲਦਾ ਹੈ, ਇਹ ਕਿਵੇਂ ਹੋ ਸਕਦਾ ਹੈ? ਕਰਤ ਅਲਪ ਫਲ ਅਲਪ ਹੋਵੇ, ਬਹੁ ਕੋ ਬਹੁ ਸੁਖ ਸਾਰ। ਮਹਾਰਾਜ ਜੀ ਕਹਿੰਦੇ, ਮਹਾਰਾਜ ਜੀ ਨੂੰ ਕਹਿਣ ਲੱਗਿਆ ਥੋੜਾ ਕੰਮ ਕਰਾਂਗੇ ਥੋੜਾ ਫਲ ਮਿਲੇਗਾ, ਜ਼ਿਆਦਾ ਕੰਮ ਕਰਾਂਗੇ ਜ਼ਿਆਦਾ ਫਲ ਮਿਲੇਗਾ। ਪਰ ਤੁਸੀਂ ਤੇ ਬੜੀ ਯੂਨੀਕ ਜੀ ਅੱਡ ਜੀ ਗੱਲ ਕਹਿ ਰਹੇ ਹੋ, ਇਹ ਕਿਵੇਂ ਹੋ ਸਕਦਾ ਹੈ? ਮਿਲ ਹੈ ਫਲ ਮਿਹਨਤ ਅਨੁਸਾਰੀ, ਪੁੰਨ ਤੁਮ ਭਾਖੋ ਰੀਤ ਨਿਆਰੀ। ਮੰਨ ਲਓ ਕਹਿਣ ਲੱਗਿਆ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਇਹ ਤੇ ਨਿਆਰੀ ਜੀ ਰੀਤ ਲੱਗਦੀ ਹੈ ਮੈਨੂੰ, ਮਿਹਨਤ ਘੱਟ ਹੋਏ ਫਲ ਜ਼ਿਆਦਾ ਮਿਲੇ, ਐਸਾ ਨਹੀਂ ਹੋ ਸਕਦਾ। ਮੇਰੇ ਮਨ ਵਿੱਚ ਇਸ ਗੱਲ ਤੇ ਸ਼ਰਧਾ ਨਹੀਂ ਵੱਜ ਰਹੀ, ਕਿਰਪਾ ਕਰਕੇ ਮੈਨੂੰ ਸਮਝਾਉਣਾ ਕਰਾਓ। ਯੈ ਸਹਿਸਾ ਮੇਰੇ ਮਨ ਪਰੋ, ਕਿਰਪਾ ਧਾਰ ਯਾਕੋ ਪਰਹਰੋ। ਮਹਾਰਾਜ ਇਹ ਸੰਸਾ ਮੇਰੇ ਅੰਦਰ ਆ ਗਿਆ। ਸੰਸਾ ਬੜੀ ਵੱਡੀ ਚੀਜ਼ ਹੁੰਦੀ ਹੈ। ਮਹਾਰਾਜ ਮੇਰੀ ਤਰਕ ਆ ਗਈ ਹੈ ਇਸ ਚੀਜ਼ ਤੇ, ਕਿਰਪਾ ਕਰੋ ਮੇਰੀ ਇਹ ਤਰਕ ਨੂੰ ਦੂਰ ਕਰੋ, ਇਹ ਮੇਰੀ ਤਰਕ ਦੂਰ ਹੋ ਜਾਏਗੀ, ਮੇਰਾ ਉਧਾਰ ਹੋ ਜਾਏਗਾ। ਸਗਰੇ ਜਗਤ ਵਿਖੇ ਅਸਰੀਤਾ, ਤਿਸਤੇ ਕਹੀ ਆਪ ਵਿਪਰੀਤਾ। ਸਾਰੇ ਜਗਤ ਵਿੱਚ ਤੇ ਅਸੀਂ ਇਹੀ ਵੇਖੀ ਹੈ, ਜਿਹੜੇ ਲੋਕ ਜਿੰਨੀ ਜ਼ਿਆਦਾ ਮਿਹਨਤ ਕਰਦੇ ਉਨਾ ਹੀ ਜ਼ਿਆਦਾ ਧਨ ਕਮਾਉਂਦੇ ਨੇ, ਤੇ ਤੁਸੀਂ ਕਹਿੰਦੇ ਹੋ ਭਗਤੀ ਥੋੜੀ ਕਰਨੀ ਪਏਗੀ ਫਲ ਜ਼ਿਆਦਾ ਮਿਲ ਜਾਏਗਾ। ਇਹ ਤੇ ਅਲੱਗ ਜੀ ਰੀਤ ਹੈ, ਇਹ ਸਾਡੇ ਦਿਲਾਂ ਅੰਦਰ ਇਹ ਬਹਿ ਨਹੀਂ ਰਹੀ। ਜਿਸ ਪ੍ਰਕਾਰ ਹੋਵੇ ਨਿਸ਼ਾ ਹਮਾਰੀ, ਸੋ ਸਮਝਾਵੋ ਰੀਤ ਸੁਖਾਰੀ। ਇਸ ਕਰਕੇ ਗੁਰੂ ਜੀ ਜਿਹੜੇ ਤਰੀਕੇ ਦੇ ਨਾਲ ਸਾਡੀ ਨਿਸ਼ਾ ਹੋ ਜਾਏ, ਸਾਡਾ ਨਿਸ਼ਚਾ ਵੱਜ ਜਾਏ ਤੁਹਾਡੀ ਇਸ ਗੱਲ ਤੇ ਵੀ ਤਪ ਥੋੜਾ ਕਰਨਾ ਪਏਗਾ, ਤੁਹਾਨੂੰ ਜ਼ਿੰਦਗੀ ਦੇ ਵਿੱਚ ਫਲ ਜ਼ਿਆਦਾ ਮਿਲਣਗੇ, ਕਰਮ ਜ਼ਿਆਦਾ ਬਣ ਜਾਣਗੇ। ਇਸ ਕਰਕੇ ਕੋਈ ਸੌਖੀ ਜੀ ਗੱਲ ਦੱਸ ਦੇਵੋ ਜਿਹਦੇ ਨਾਲ ਸਾਡਾ ਤੁਹਾਡੇ ਬਚਨ ਦੇ ਉੱਤੇ ਵਿਸ਼ਵਾਸ ਵੱਧ ਜਾਵੇ। ਸ੍ਰੀ ਮੁਖ ਭਨਿਓ ਨਾ ਸੰਸੈ ਕੀਜੈ, ਜਗ ਮਹਿ ਪ੍ਰਗਟ ਸੋ ਬਿਦ ਸੁਣ ਲੀਜੈ। ਮਹਾਰਾਜ ਜੀ ਕਹਿੰਦੇ ਮੰਨ ਲਓ ਸ਼ੰਕਾ ਨਾ ਕਰ, ਮੈਂ ਹੁਣ ਤੈਨੂੰ ਦੱਸਦਾ ਜਗਤ ਦੇ ਵਿੱਚ ਵੀ ਐਵੇਂ ਹੀ ਹੁੰਦਾ ਜਿਵੇਂ ਮੈਂ ਕਹਿ ਰਿਹਾ। ਕਹਿੰਦੇ ਬਸ ਹੁਣ ਧਿਆਨ ਨਾਲ ਸੁਣਨਾ ਕਰੀ, ਮੈਂ ਹੁਣ ਤੈਨੂੰ ਦੱਸਦਾ ਕਈ ਕੰਮ ਐਸੇ ਨੇ, ਕੰਮ ਥੋੜੇ ਕਰਨੇ ਪੈਂਦੇ ਨੇ, ਫਲ ਜ਼ਿਆਦਾ ਮਿਲ ਜਾਂਦੇ ਹਨ। ਇੱਕ ਨਰ ਬਨ ਤੇ ਸਮਦਾ ਅਨਹੇ, ਵੇਚ ਬਾਜ਼ਾਰ ਕਰਤ ਗੁਜਰਾਨੇ। ਮਹਾਰਾਜ ਜੀ ਕਹਿੰਦੇ ਵੀ ਇੱਕ ਮਨੁੱਖ ਐਸਾ ਹੈ
ਜੰਗਲ ਦੇ ਵਿੱਚ ਜਾਂਦਾ ਹੈ, ਲੱਕੜਾਂ ਕੱਟ ਕੇ ਲਿਆਉਂਦਾ ਹੈ, ਲੱਕੜਾਂ ਦੀ ਪੰਡ ਬੰਨ੍ਹ ਕੇ ਲਿਆਉਂਦਾ ਹੈ, ਲੱਕੜਾਂ ਦੀ ਪੰਡ ਬੰਨ੍ਹ ਕੇ ਤੇ ਆ ਕੇ ਬਾਜ਼ਾਰ ਵਿੱਚ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ। ਕਰਤ ਮਜੂਰੀ ਬਹੁਤ ਸ਼ਰਮ ਪਾਵਹਿ, ਤਿਨ ਕੋ ਮੋਲ ਥੋਰ ਕਰ ਆਵਹਿ। ਮਹਾਰਾਜ ਕਹਿੰਦੇ ਕਿੰਨੀ ਮਿਹਨਤ ਕਰਦਾ ਹੈ, ਲੱਕੜਾਂ ਵੱਢਣੀਆਂ, ਇਕੱਠੀਆਂ ਕਰਨੀਆਂ, ਕਿੰਨੀ ਮਿਹਨਤ ਹੈ, ਪਰ ਉਹਦੇ ਹੱਥ ਦੇ ਵਿੱਚ ਜਿਹੜਾ ਫਲ ਹੈ ਉਹ ਬੜਾ ਥੋੜਾ ਆਉਂਦਾ ਹੈ। ਮਿਹਨਤ ਉਹਦੀ ਜ਼ਿਆਦਾ ਹੈ, ਪਰ ਐਵੇਂ ਸਮਝ ਲਾ ਵੀ ਉਹਦਾ ਫਲ ਬੜਾ ਉਹਨੂੰ ਘੱਟ ਮਿਲਦਾ ਹੈ। ਪੁੰਜੇ ਬਣਜ ਕਰੇ ਹਟਵਾਨਾ, ਲਵਣ ਤੇਲ ਅੰਨ ਜੇ ਬਿਦ ਨਾਨਾ। ਮਹਾਰਾਜ ਜੀ ਕਹਿੰਦੇ ਇੱਕ ਬਾਜ਼ਾਰ ਦੇ ਵਿੱਚ ਬੈਠਾ ਹੁੰਦਾ ਹੈ, ਅਨਾਜ ਵੇਚਦਾ ਹੈ, ਲੂਣ ਵੇਚਦਾ ਹੈ, ਤੇਲ ਵੇਚਦਾ ਹੈ, ਉਹ ਸਾਰਾ ਦਿਨ ਦੁਕਾਨ ਤੇ ਬੈਠਾ ਰਹਿੰਦਾ ਹੈ। ਤਿਨਕੇ ਇਨਕੋ ਲਾਭ ਕਨੇਰੋ, ਸ਼ਰਮ ਥੋਰੋ ਹੋਇ ਪ੍ਰਗਟ ਸੋ ਹੋਏ ਹੇਰੋ। ਮਹਾਰਾਜ ਕਹਿੰਦੇ ਵੀ ਤੇਰੇ ਸਾਹਮਣੇ ਹੀ ਹੈ, ਸਾਰਾ ਦਿਨ ਦੁਕਾਨ ਤੇ ਬੈਠਾ ਹੈ, ਮਿਹਨਤ ਤੇ ਘੱਟ ਲੱਗੀ ਨਾ ਉਹਦੀ, ਪਰ ਫਾਇਦਾ ਲੱਕੜਹਾਰੇ ਨਾਲੋਂ ਜ਼ਿਆਦਾ ਹੋ ਗਿਆ। ਇਹ ਤੇਰੇ ਸਾਹਮਣੇ ਹੀ ਹੈ। ਕਹਿੰਦੇ ਇੱਕ ਮਨੁੱਖ ਸਾਰਾ ਦਿਨ ਦੁਕਾਨ ਤੇ ਬੈਠਾ, ਸਰੀਰਕ ਮਿਹਨਤ ਤੇ ਨਹੀਂ ਹੈ ਉਹਦੀ, ਪਰ ਮਹਾਰਾਜ ਕਹਿੰਦੇ ਫਲ ਉਹਨੂੰ ਜ਼ਿਆਦਾ ਮਿਲ ਰਿਹਾ ਹੈ। ਐ ਪਰ ਰੂਪ ਯਨ ਕੇ ਬੇਵਹਾਰੇ, ਲਾਭ ਬਹੁਤ ਲੈ ਰਹਿ ਸੁਖਾਰੇ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੋਰ ਕਈ ਮਨੁੱਖ ਨੇ ਜਿਹੜੇ ਪੈਸਿਆਂ ਦਾ ਕਰਦੇ ਨੇ, ਪੈਸੇ ਉਰਾਂ ਪਰਾਂ ਦਿੰਦੇ ਲੈਂਦੇ ਨੇ, ਕਹਿੰਦੇ ਉਹਨਾਂ ਦੀ ਮਿਹਨਤ ਬੜੀ ਘੱਟ ਹੈ, ਪੈਸਾ ਉਹਨਾਂ ਨੂੰ ਵੀ ਜ਼ਿਆਦਾ ਮਿਲਦਾ ਹੈ। ਇੱਕ ਜਾਵਾਰੀ ਸੁਖ ਸੋ ਪੈਸੇ, ਤਨ ਕੋ ਖੇਦ ਦੇਤ ਨਾ ਕੈਸੇ। ਮਹਾਰਾਜ ਜੀ ਨੂੰ ਮਹਾਰਾਜ ਜੀ ਕਹਿੰਦੇ ਨੇ ਵੀ ਇੱਕ ਵੇਖ, ਸੁਨਿਆਰੇ ਦਾ ਕੰਮ ਵੇਖ, ਜੋਹਰੀ ਹੈ ਜਿਹੜਾ ਹੀਰੇ ਲਿਆਉਂਦਾ ਹੈ, ਹੀਰੇ ਵੇਚਦਾ, ਉਹਦਾ ਕਿਹੜਾ ਸਰੀਰ ਥੱਕਦਾ ਹੈ, ਬੈਠਾ ਹੀ ਹੈ ਸਾਰਾ ਦਿਨ, ਏਸੀ ਲਾਇਆ ਬੈਠਾ। ਇੱਕ ਸਾਰਾ ਦਿਨ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤਾਈਂ ਹੋਰ ਕੰਮ ਕਰ ਰਿਹਾ, ਪਰ ਉਹਨੂੰ ਮਿਹਨਤ ਉਹਦੀ ਜ਼ਿਆਦਾ ਹੈ। ਕੋਈ ਪੈਲੀ ਦੇ ਵਿੱਚ ਜ਼ਿਮੀਂਦਾਰ ਲੱਗਿਆ, ਦਿਹਾੜੀ ਤੇ ਲੱਗਿਆ, ਵਟਾਂ ਸਮਾ ਰਿਹਾ, ਕਿੰਨੀ ਮਿਹਨਤ ਹੈ, ਉੱਤੋਂ ਧੁੱਪ ਪੈਂਦੀ ਹੈ, ਮਿਹਨਤ ਜ਼ਿਆਦਾ ਹੈ, ਪਰ ਸਰੀਰਕ ਮਿਹਨਤ ਜ਼ਿਆਦਾ ਹੈ, ਪਰ ਉਹਨੂੰ ਫਲ ਘੱਟ ਮਿਲਦਾ ਹੈ। ਮੁਕਤਾ ਹੀਰੇ ਬਣਜਹਿ ਸੋਈ, ਲਾਭ ਵਿਸਾਲ ਸਭਨ ਤੇ ਹੋਈ। ਮਹਾਰਾਜ ਕਹਿੰਦੇ ਇਸ ਕਰਕੇ ਜਿਹੜੇ ਜੋਹਰੀ ਨੇ ਉਹਨਾਂ ਨੂੰ ਲਾਭ ਸਭ ਤੋਂ ਜ਼ਿਆਦਾ ਮਿਲਦਾ ਹੈ, ਪਰ ਉਹਨਾਂ ਦੀ ਮਿਹਨਤ ਬੜੀ ਘੱਟ ਹੁੰਦੀ ਹੈ। ਕਪਜੂ ਤਾਪਸੀ ਸ਼ਰਮ ਬਹੁ ਦੇਹੀ, ਗਿਆਨ ਪ੍ਰਾਪਤ ਹੋਏ ਨ ਕੇਹੀ। ਮਹਾਰਾਜ ਜੀ ਐਵੇਂ ਹੀ ਕਹਿਣ ਲੱਗੇ ਵੀ ਐਵੇਂ ਹੀ ਉਹ ਤਪ ਹੈ ਜਿਹੜਾ ਇੱਕ ਲੱਤ ਤੇ ਖਲੋਣਾ, ਵਰਤ ਰੱਖਣੇ, ਭੁੱਖੇ ਰਹਿਣਾ, ਕਹਿੰਦੇ ਉਹਦੇ ਵਿੱਚ ਮਿਹਨਤ ਤੇ ਬੜੀ ਜ਼ਿਆਦਾ ਹੈ, ਪਰ ਉਹਦਾ ਲਾਭ ਬੜਾ ਘੱਟ ਮਿਲਦਾ। ਮਹਾਰਾਜ ਹੁਣ ਅੱਗੇ ਇਹ ਵੀ ਦੱਸਣਗੇ ਉਹਦਾ ਲਾਭ ਘੱਟ ਕਿਉਂ ਮਿਲਦਾ ਹੈ। ਕਥਾ ਕੀਰਤਨ ਪੜਨ ਸੁਨਨ ਤੇ, ਦ੍ਰਿੜ ਉਪਾਸਨਾ ਹੋਤ ਗੁਣਨ ਤੇ। ਮਹਾਰਾਜ ਜੀ ਕਹਿਣ ਲੱਗੇ ਐਵੇਂ ਜਿਹੜਾ ਕਥਾ ਸੁਣਨੀ, ਪੜ੍ਹਨੀ, ਕੀਰਤਨ ਕਰਨਾ, ਗੁਰਬਾਣੀ ਸੁਣਨੀ, ਇਹਨਾਂ ਵਿੱਚ ਲਾਭ ਜ਼ਿਆਦਾ ਮਿਲਦਾ ਹੈ। ਇਹਨਾਂ ਦੇ ਨਾਲ ਉਪਾਸਨਾ ਦੇ ਹਿਰਦੇ ਵਿੱਚ ਜ਼ਿਆਦਾ ਦ੍ਰਿੜ ਹੁੰਦੀ ਹੈ, ਭਗਤੀ ਜ਼ਿਆਦਾ ਪੈਦਾ ਹੁੰਦੀ ਹੈ। ਕਿਉਂ? ਕੰਨਾਂ ਨਾਲ ਸੁਣਨਾ, ਗੁਰੂ ਦੀਆਂ ਸਾਖੀਆਂ ਸੁਣੀ ਜਾਣੀਆਂ ਨੇ, ਰੋਜ਼ ਰੋਜ਼ ਗੁਰੂ ਦੀ ਗੱਲ ਸੁਣਦਿਆਂ ਹਿਰਦੇ ਦੇ ਅੰਦਰ ਪ੍ਰੇਮ ਜ਼ਿਆਦਾ ਜਾਗਦਾ ਹੈ, ਵਿਸ਼ਵਾਸ ਜ਼ਿਆਦਾ ਵੱਧਦਾ ਹੈ, ਤੇ ਮਨੁੱਖ ਜਪ ਤਪ ਕਰਨ ਲੱਗ ਪੈਂਦਾ ਹੈ। ਦ੍ਰਿੜ ਉਪਾਸਨਾ ਜਪ ਭਈ ਹੋਏ, ਆਵਤ ਤਪ ਗਿਆਨ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਨੇ ਭਗਤੀ ਦ੍ਰਿੜ ਕਰ ਲਈ, ਜਿਨ੍ਹਾਂ ਦੇ ਦਿਲਾਂ ਦੇ ਵਿੱਚ ਭਗਤੀ ਆ ਗਈ, ਉਹਨਾਂ ਨੂੰ ਤੇ ਗਿਆਨ ਬੜੀ ਛੇਤੀ ਹੋ ਜਾਂਦਾ ਹੈ। ਮਹਾਰਾਜ ਜੀ ਕਹਿਣ ਲੱਗੇ ਇਸ ਕਰਕੇ ਜਿਹੜੇ ਭਗਤੀ ਕਰਦੇ ਨੇ, ਭਾਵੇਂ ਬੈਠੇ ਦੁਕਾਨ ਤੇ ਹੀ ਨੇ, ਵਾਹਿਗੁਰੂ ਵਾਹਿਗੁਰੂ ਕਰੀ ਜਾ ਰਹੇ ਨੇ, ਕਹਿੰਦੇ ਉਹਦੇ ਨਾਲ ਗਿਆਨ ਜ਼ਿਆਦਾ ਹੁੰਦਾ ਹੈ ਤੇ ਹਨੇਰਾ ਮਿਟ ਜਾਂਦਾ ਹੈ। ਤਾਤੇ ਤਪ ਇਹ ਸਾਤ ਕੀ, ਲਾਭ ਬਹੁਤ ਪਹਿਚਾਨ। ਮਹਾਰਾਜ ਜੀ ਇਸ ਕਰਕੇ ਕਹਿਣ ਲੱਗੇ, ਮੈਂ ਇਵੇਂ ਕਹਿ ਦਿਆਂ ਵੀ ਗੁਰੂ ਜੀ ਨਾ ਦੋ ਗੱਲਾਂ ਕਰ ਰਹੇ ਨੇ, ਇੱਕ ਹਾਰਡ ਵਰਕਿੰਗ ਤੇ ਇੱਕ ਸਮਾਰਟ ਵਰਕਿੰਗ। ਅੱਜ ਦਾ ਟਾਈਮ ਹੈ, ਆਪਾਂ ਵੇਖਦੇ ਹਾਂ ਬੜੇ ਅੱਜ ਲੈਕਚਰ ਵਾਲ ਇਸ ਗੱਲ ਤੇ ਗੱਲ ਦਿੰਦੇ ਨੇ ਵੀ ਅੱਜ ਦੇ ਸਮਾਂ ਇਹ ਸਮਾਰਟ ਵਰਕਿੰਗ ਦਾ ਹੈ। ਇਹ ਗੁਰੂ ਨਾਨਕ ਸਾਹਿਬ ਨੇ ਧਰਮ ਨੂੰ ਬੜਾ ਸੌਖਾ ਕਰ ਦਿੱਤਾ। ਨਹੀਂ, ਬੜਾ ਔਖਾ ਸੀ ਧਰਮ ਕਮਾਉਣਾ। ਇੱਕ ਸਮਾਂ ਸੀ ਗੁਰੂਆਂ ਦੇ ਪਿੱਛੇ ਪਿੱਛੇ ਫਿਰੀ ਜਾਣਾ, ਉਹਨਾਂ ਗਿਆਨ ਹੀ ਨਾ ਦੇਣਾ, 12-12 ਸਾਲ ਉੱਥੇ ਢੁੰਡੇ ਰਹਿਣਾ, ਕੰਮ ਉਹਨਾਂ ਫਿਰ ਵੀ ਕੁਛ ਨਾ ਦੱਸਣਾ। ਅੱਜ ਦਾ ਤੇ ਸਮਾਂ ਹੀ ਬੜਾ ਸੌਖਾ ਹੈ। ਕਿੰਨਾ ਕੁ ਸਮਾਂ ਲੱਗਦਾ ਗੁਰਦੁਆਰੇ ਆਉਂਦਿਆਂ, ਬਸ ਬਹਿ ਕੇ ਸੁਣਨਾ ਹੀ ਹੈ ਤੇ ਨਾਲ ਦੀ ਨਾਲ ਗੁਰੂ ਦੀ ਭਗਤੀ ਦ੍ਰਿੜ ਕਰੀ ਜਾਣੀ ਹੈ ਨਾਲੋਂ ਨਾਲ। ਕਿੱਡਾ ਘੱਟ ਸਮਾਂ ਲੱਗਦਾ। ਅੱਜ ਕਹਿੰਦੇ ਨੇ ਵੀ ਕਲਯੁੱਗ ਦੇ ਅੰਦਰ
परमात्मा ਨੂੰ ਪ੍ਰਾਪਤ ਕਰਨਾ ਜ਼ਿਆਦਾ ਸੌਖਾ ਹੈ। ਆ ਜਿਹੜੇ ਗੁਰੂ ਸਾਹਿਬ ਨੇ ਤਰੀਕਾ ਦੱਸਿਆ ਹੈ, ਵਾਹਿਗੁਰੂ ਪਰਮਾਤਮਾ ਦਾ ਨਾਮ ਲੈਣਾ, ਬਾਣੀ ਪੜ੍ਹਨੀ ਸੁਣਨੀ, ਇਹ ਤਾਂ ਸੌਖਾ ਹੀ ਬੜਾ ਹੈ। ਪਰ ਅੱਜ ਦੇ ਸਮੇਂ 'ਚ ਇਹ ਬੜਾ ਔਖਾ ਲੱਗਦਾ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਗੁਰਦੁਆਰੇ ਆਉਂਦਾ ਹੈ ਮਨੁੱਖ, ਚੱਕਰ ਜਾ ਕੱਟ ਕੇ ਚਲਾ ਜਾਂਦਾ ਹੈ। ਕੀ ਹੋ ਰਿਹਾ, ਗੁਰੂ ਨੇ ਹੁਕਮਨਾਮਾ ਕੀ ਦਿੱਤਾ, ਇਹ ਤੇ ਜਾਣਨ ਦੀ ਕੋਸ਼ਿਸ਼ ਕਰਦਾ ਹੀ ਨਹੀਂ। ਗੁਰੂ ਕਹਿ ਕੀ ਰਿਹਾ, ਗੁਰੂ ਨੇ ਕਹਿਣਾ ਕੀ ਹੈ ਜ਼ਿੰਦਗੀ। ਫਿਰ ਮਨੁੱਖ ਇਹ ਕਹਿੰਦਾ ਮੇਰਾ ਭਲਾ ਨਹੀਂ ਹੋਇਆ। ਭਲਾ ਤੇ ਤਾਂ ਹੋਏਗਾ ਜੇ ਗੁਰੂ ਦੇ ਰਾਹ 'ਤੇ ਤੁਰੇਗਾ। ਰਾਹ 'ਤੇ ਨਹੀਂ ਤੁਰਨਾ, ਆਉਣਾ ਜ਼ਰੂਰ ਹੈ। ਇਹ ਗੱਲ ਨਹੀਂ ਉਹਦਾ ਆਉਣਾ ਗਲਤ ਹੈ। ਆਉਂਦਿਆਂ ਆਉਂਦਿਆਂ ਇੱਕ ਦਿਨ ਐਸਾ ਆਏਗਾ, ਆਉਂਦਿਆਂ ਆਉਂਦਿਆਂ ਕਰਮ ਵੱਧ ਜਾਣਗੇ। ਪਰ ਜੇ ਆ ਵੀ ਰਿਹਾ, ਜੇ ਕੋਈ ਘੜੀ ਅੱਧੀ ਘੜੀ, ਇੱਕ ਘੜੀ ਆਧੀ ਘੜੀ, ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੁਲਾਭ, ਅੱਧੀ ਘੜੀ ਬਹਿ ਕੇ ਕੋਈ ਗੁਰੂ ਦੀ ਗੱਲ ਸੁਣ ਲਏ, ਉਹਦੇ ਨਾਲ ਜਿਹੜਾ ਪਾਪ ਦੀ ਮੈਲ ਹੈ ਉਹ ਕੱਟੀ ਜਾਂਦੀ ਹੈ। ਪਰ ਆਮ ਅਸੀਂ ਵੇਖਦੇ ਹਾਂ, ਝਗੜਾ ਕਿਸੇ ਦਾ ਹੁੰਦਾ ਹੈ, ਲੜਾਈ ਕਿਸੇ ਦੀ ਹੁੰਦੀ ਹੈ, 2 ਘੰਟੇ ਮਨੁੱਖ ਆਪਣੇ ਖਰਾਬ ਕਰਦਾ ਝਗੜਾ, ਕਿਉਂਕਿ ਮਨੁੱਖ ਦੇ ਅੰਦਰ ਵਕਾਰ ਨੇ। ਇਹ ਵਕਾਰ ਜਿੱਧਰ ਨੂੰ ਮਨੁੱਖ ਦੀ ਇੱਛਾ ਹੁੰਦੀ ਹੈ, ਉੱਥੇ ਇਹ ਮਨੁੱਖ ਕਈ ਘੰਟੇ ਵੀ ਲਾ ਦਿੰਦਾ ਹੈ। ਗੱਲਾਂ ਕਿਸੇ ਦੀਆਂ ਨੇ, ਬਾਤਾਂ ਕਿਸੇ ਦੀਆਂ ਨੇ, ਸਮਾਂ ਇਹ ਖਰਾਬ ਕਰਦਾ ਰਹਿੰਦਾ। ਔਰ ਇਹਦੇ ਕੋਲ ਸਮਾਂ ਬੜਾ ਘੱਟ ਹੈ, ਇਹ ਜਾਣਦਾ ਨਹੀਂ। ਜਿੰਨਾ ਸਮਾਂ ਮਨੁੱਖ ਦੇ ਕੋਲ ਘੱਟ ਹੈ, ਇੰਨਾ ਕਿਸੇ ਜੀਵ ਕੋਲ ਨਹੀਂ ਦੁਨੀਆ। ਪਰ ਮਨੁੱਖ ਨੂੰ ਐਵੇਂ ਭਾਸ ਰਿਹਾ ਹੈ, ਐਵੇਂ ਲੱਗਦਾ ਹੈ ਵੀ ਸਦਾ ਇਹ ਐਵੇਂ ਬਣਿਆ ਰਹਿਣਾ ਹੈ ਕੰਮ। ਪਰ ਕਈ ਵਾਰੀ ਆਪ ਜੀ ਨੇ ਇਹੋ ਬੇਨਤੀ ਕੀਤੀ ਹੈ, ਕਦੀ ਪਿੱਛੇ ਤੱਕ ਕੇ ਵੇਖੋ, ਜਿਹੜੇ ਬਚਪਨ 'ਚ ਸੀ ਅੱਜ ਜਵਾਨ ਹੋ ਗਏ ਨੇ। ਸਮਾਂ ਤੇ ਗਿਆ ਜਵਾਨੀ, ਜਿਹੜੇ ਜਵਾਨ ਨੇ ਅੱਧ ਖੜ ਉਮਰ ਆ ਗਈ ਹੈ, ਜਵਾਨੀ ਤੇ ਗਈ। ਜਦੋਂ ਸਰੀਰ ਬਦਲ ਗਿਆ ਹੈ, ਬਸ ਇਹ ਸਮਝਣਾ ਜ਼ਿੰਦਗੀ ਵੀ ਬਦਲ ਗਈ ਹੈ। ਹੁਣ ਜਿਹੜੇ ਬੁਢੇਪੇ 'ਚ ਆ ਗਏ ਨੇ, ਹੁਣ ਅੱਗੇ ਕੀ ਹੈ? ਜੇ ਹੁਣ ਮਹਾਰਾਜ ਕਹਿੰਦੇ ਨੇ ਵੀ ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀ ਕਹੋ ਨਾਨਕ ਇਹ ਬਿਦ ਭਈ ਤਉ ਨ ਹਰ ਰਿਸਲੀਨ। ਕਮਾਲ ਤੇ ਇਹ ਹੋ ਗਈ, ਲੱਤਾਂ ਕੰਬਦੀਆਂ ਨੇ, ਪਰ ਹੁਣ ਹਜੇ ਵੀ ਰੱਬ ਦਾ ਨਾਂ ਨਹੀਂ ਲੈ ਰਿਹਾ, ਹਜੇ ਵੀ ਵਕਾਰਾਂ ਵੱਲ ਨੂੰ ਜ਼ਿਆਦਾ ਭੱਜਦਾ। ਗੁਰੂ ਦੀ ਬਾਣੀ ਸੁਣਨ ਨੂੰ ਮਹਾਰਾਜ ਕਹਿੰਦੇ ਜਦੋਂ ਚੰਗਿਆਈ ਦਾ ਸਮਾਂ ਆਉਂਦਾ ਹੈ, ਉਦੋਂ ਤੇ ਆਲਕ ਕਰਦਾ। ਬੁਰਿਆਈ ਹੋਏ ਸ਼ੇਰ, ਜਦੋਂ ਬੁਰਿਆਈ ਦਾ ਕੰਮ, ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ, ਬੁਰਿਆਈ ਕਰਦਿਆਂ ਸ਼ੇਰ ਬਣ ਜਾਂਦਾ। ਇਸ ਕਰਕੇ ਗੁਰੂ ਜੀ ਕਹਿੰਦੇ ਨੇ ਅੱਜ ਦਾ ਸਮਾਂ ਸ਼ਾਂਤ ਕੀ ਤਪਦਾ ਹੈ, ਕੀਰਤਨ ਸੁਣਨ ਦਾ ਹੈ, ਕਥਾ ਸੁਣਨ ਦਾ ਹੈ, ਰੱਬ ਦੀ ਬਾਣੀ ਪੜ੍ਹਨ ਦਾ ਸਮਾਂ ਆਇਆ ਹੋਇਆ ਹੈ। ਇਸ ਵਿਦ ਸੁਣ ਮੰਗੋ ਗੁਰ ਬਚਨਾ, ਬਾਣੀ ਪੜਨ ਕੀਨ ਮਨ ਖਚਨਾ। ਕਹਿੰਦੇ ਬਸ ਇਹ ਗੱਲ ਸੁਣ ਕੇ ਨਾ ਮੰਗੋ ਸੀ ਜਿਹੜਾ ਸਿੱਖ, ਉਹ ਗੁਰੂ ਜੀ ਦੇ ਕੋਲ ਆ, ਕਹਿੰਦੇ ਮਹਾਰਾਜ ਅੱਜ ਇਹ ਬਚਨ ਸੁਣ ਲਿਆ, ਬਸ ਅੱਜ ਤੋਂ ਬਾਅਦ ਨਹੀਂ ਉਹ ਕੰਮ ਕਰਦਾ ਜਿਹੜੇ ਅੱਜ ਰੋਕ ਦਿੱਤੇ ਨੇ। ਅੱਜ ਮੈਨੂੰ ਤੁਸੀਂ ਕਹਿ ਦਿੱਤਾ ਬਾਣੀ ਪੜ੍ਹ ਤੇ ਸੁਣ, ਬਸ ਅੱਜ ਸੁਣ ਲਿਆ, ਹੁਣ ਜ਼ਿੰਦਗੀ ਸਵਾਰਨੀ ਹੈ। ਮਹਾਰਾਜ ਹੁਣ ਤੋਂ ਬਾਅਦ ਮੈਂ ਜ਼ਿੰਦਗੀ ਗਵਾਵਾਂਗਾ ਨਹੀਂ। ਸੁਨ ਸਨਮੁਖ ਮਾਲੋ ਸੁਣ ਹੈ ਤਬ ਹੀ, ਬੈਠ ਰਿਖਿਕ ਸੰਕੋਚੈ ਸਭ ਹੀ। ਕਹਿੰਦੇ ਮਾਲੋ ਉੱਥੇ ਬੈਠਾ ਸੀ, ਕਹਿੰਦੇ ਮਹਾਰਾਜ ਅੱਜ ਤੋਂ ਬਾਅਦ ਮੇਰੀਆਂ ਅੱਖਾਂ ਮਾੜੀਆਂ ਨਹੀਂ ਵੇਖਣਗੀਆਂ। ਅੱਜ ਤੁਸੀਂ ਕਹਿ ਦਿੱਤਾ ਹੈ ਨਿੰਦਾ ਨਹੀਂ ਸੁਣਨੀ, ਕਰਨੀ ਨਹੀਂ, ਅੱਜ ਤੋਂ ਬਾਅਦ ਮੈਂ ਕੰਨਾਂ ਥਾਣੀ ਨਿੰਦਿਆ ਸੁਣਾਂਗਾ ਨਹੀਂ, ਹੁੰਦਾ ਤੇ ਭਾਵੇਂ ਕੁਛ ਹੋ ਜਾਏ। ਇਹਨੂੰ ਕਹਿੰਦੇ ਨੇ ਹੱਠ ਕਰ ਲੈਣਾ। ਇਹੋ ਜਿਹਾ ਹੱਠ ਕੋਈ ਕਰਦਾ ਹੈ। ਇਹੋ ਜਿਹਾ ਹੱਠ ਕਰਨਾ ਔਖਾ ਵੀ ਹੈ। ਹੋਰ ਤੇ ਹੱਠ ਬੜੇ ਮਨੁੱਖ ਬੜੇ ਕਰ ਲੈਂਦੇ ਵੀ ਇਹਦੇ ਨਾਲ ਬੋਲਣਾ ਨਹੀਂ, ਐਸਾ ਹੱਠ ਤੇ ਕਰ ਲੈਂਦਾ। ਅੱਜ ਤੋਂ ਬਾਅਦ ਇਹਦੇ ਘਰ ਜਾਣਾ ਨਹੀਂ, ਇਹ ਤੇ ਹੱਠ ਕਰ ਲੈਂਦਾ। ਈਰਖਾ ਵਾਲੇ ਹੱਠ ਤੇ ਕਰ ਲੈਂਦਾ, ਇਹ ਵਾਲੇ ਹੱਠ ਨਹੀਂ ਕਰਦਾ ਵੀ ਅੱਜ ਤੋਂ ਬਾਅਦ ਝੂਠ ਨਹੀਂ ਬੋਲਣਾ। ਬੜਾ ਔਖਾ ਹੈ ਅੱਜ ਦਾ ਜਿਹੜਾ ਸਮਾਜ ਹੈ, ਇਹਦੇ ਵਿੱਚ ਰਹਿਣਾ ਤੇ ਝੂਠ ਨਾ ਬੋਲਣਾ ਔਖਾ ਲੱਗਦਾ। ਪਰ ਜਿਉਂ-ਜਿਉਂ ਅੰਦਰ ਗੁਰੂ ਦਾ ਸ਼ਬਦ ਚੱਲਦਾ ਰਹਿੰਦਾ, ਚਲਦਿਆਂ ਇਹ ਸੁਭਾਵਕ ਹੀ ਜਿਹੜੇ ਇਹ ਗੁਣ ਹਨ ਮਨੁੱਖ ਦੇ ਅੰਦਰ ਆ ਜਾਂਦੇ ਹਨ। ਮਿਲ ਕੇ ਕੀਰਤਨ ਬਹੁਰ ਉਚਰਹੀ, ਕਰ ਇਕਾਗਰਤਾ ਮਨ ਧਰਹੀ। ਕਹਿੰਦੇ ਇਸ ਕਰਕੇ ਉਸ ਦਿਨ ਜਾਣ ਤੋਂ ਬਾਅਦ ਮਾਲੋ ਨੇ ਬਸ ਗੁਰੂ ਦਾ ਕੀਰਤਨ ਸੁਣਿਆ, ਗੁਰੂ ਦੀ ਕਥਾ ਸੁਣੀ, ਜਿਹੜੇ ਦੂਜੇ ਕਰਮ ਸੀ ਉਹ ਛੱਡ ਦਿੱਤੇ। ਅਸਲ ਦੇ ਵਿੱਚ ਹੁੰਦਾ ਵੀ ਇਹੀ ਹੋਇਆ। ਸਿੱਖ ਉਹੀ ਹੈ ਜਿਹਨੇ ਗੁਰੂ ਦਾ ਉਪਦੇਸ਼ ਸੁਣਿਆ ਤੇ ਮੰਨ ਲਿਆ। ਗੁਰੂ ਅੰਗਦ ਦੇਵ ਜੀ ਦੇ ਕੋਲ ਸਿੱਖ ਆਇਆ ਇੱਕ,
मैं आप जी ਨੂੰ शायद ਪਹਿਲਾਂ ਹੀ ਬੇਨਤੀ ਭਾਈ ਗੁੱਜਰ ਉਹ ਕਹਿੰਦਾ ਮਹਾਰਾਜ मैं ਗ੍ਰਸਤੀ हाँ ਗ੍ਰਸਤ ਧਰਮ 'ਚ ਰਹਿ ਕੇ ਮੈਨੂੰ ਪਤਾ ਹੈ ਪਾਰ ਉਤਾਰਾ ਛੇਤੀ ਨਹੀਂ ਹੁੰਦਾ ਮੇਰੇ ਤੇ ਕਿਰਪਾ ਕਰੋ ਕਿਵੇਂ ਹੋਏਗਾ ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਇੱਕ ਸਵੇਰੇ ਕਰਨਾ ਹੈ ਤੇ ਸਾਰਾ ਦਿਨ ਕਰਦਾ ਰਿਹਾ ਕਰ ਤੇ ਕਦੇ ਕਦੇ ਜਪਜੀ ਸਾਹਿਬ ਦੇ ਅਰਥ ਵੀ ਸਮਝ ਲਿਆ ਕਰ ਕਹਿੰਦੇ ਬਸ ਤੂੰ ਇਹ ਕਰ ਤੇ ਪਿੱਛੋਂ ਅਰਦਾਸ ਕਰਿਆ ਕਰ ਤੇਰੇ ਘਰ ਸਾਰੀਆਂ ਬਰਕਤਾਂ ਹੋਣਗੀਆਂ ਅੱਜ ਤੋਂ ਬਾਅਦ ਤੇਰਾ ਪਾਰ ਉਤਾਰਾ ਹੋ ਜਾਏਗਾ ਬਸ ਉਹਨੇ ਇਹ ਗੱਲ ਸੁਣੀ ਉਹ ਦਿਨ ਸੁਣਨ ਤੋਂ ਬਾਅਦ ਕਰਨਾ ਸ਼ੁਰੂ ਕਰ ਦਿੱਤਾ ਜਿਹਨੇ ਕੀਤਾ ਸਫਲ ਹੋ ਗਏ ਜਿਹੜੇ ਮਨੁੱਖ ਰਾਹ ਬਦਲਦੇ ਰਹਿ ਗਏ ਉਹ ਰਾਹਾਂ ਵਿੱਚ ਰਹਿ ਗਏ ਜਿਨ੍ਹਾਂ ਰਾਹ ਸੁਣਿਆ ਕਹਿੰਦੇ ਪੁੱਛਤ ਹੈ ਪਥਿਕ ਤੇ ਮਾਰਗ ਨਾ ਧਰੈ ਪਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਈ ਕਹਿੰਦੇ ਇੱਕ ਰਾਹੀ ਰੋਜ਼ ਸੜਕ ਤੇ ਜੀਟੀ ਰੋਡ ਤੇ ਖਲੋ ਜਾਏ ਅੰਮ੍ਰਿਤਸਰ ਨੂੰ ਕਿਹੜਾ ਰਾਹ ਜਾਂਦਾ ਹੈ ਰੋਜ਼ ਪੁੱਛਦਾ ਰਹੇ ਰਾਹ ਤੇ ਤੁਰੇ ਨਾ ਕਿ ਅੰਮ੍ਰਿਤਸਰ ਪਹੁੰਚ ਜਾਏਗਾ ਨਹੀਂ ਪਹੁੰਚਣਾ ਅੰਮ੍ਰਿਤਸਰ ਉਦਣ ਪਹੁੰਚੇਗਾ ਜਿੱਦਣ ਤੁਰੇਗਾ ਗੁਰੂ ਜੀ ਕਹਿੰਦੇ ਰੱਬ ਦੇ ਰਾਹ ਦੀਆਂ ਗੱਲਾਂ ਕਹਿੰਦਾ ਹੀ ਰਹੇ ਨਾਮ ਜਪੇ ਨਾ ਗੁਰਬਾਣੀ ਪੜ੍ਹੇ ਨਾ ਕਹਿੰਦੇ ਪਹੁੰਚ ਜਾਏਗਾ ਨਹੀਂ ਪਹੁੰਚੇਗਾ ਇਸ ਕਰਕੇ ਜ਼ਰੂਰੀ ਇਹ ਹੈ ਜਿਹੜੀ ਗੱਲ ਸੁਣ ਲਈ ਹੈ ਉੱਤੇ ਚੱਲ ਪੈਣਾ ਚਾਹੀਦਾ ਹੈ ਇਨ ਕੀ ਰਸਨਾ ਸਾਧ ਬਿਸਾਲਾ ਸੁਨਤ ਪ੍ਰੇਮ ਜਾਗੈ ਤਤ ਕਾਲਾ ਕਹਿੰਦੇ ਉਹਨਾਂ ਦੀ ਰਸਨਾ ਦੇ ਵਿੱਚ ਸਵਾਦ ਆ ਗਿਆ ਰੱਬੀ ਰਸ ਦਾ ਉਹਨਾਂ ਦੇ ਹਿਰਦਿਆਂ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਜਾਗ ਪਿਆ ਜੋ ਜੋ ਸਿੱਖ ਤਿਨ ਤੇ ਸੁਨਤ ਤਿਆਗੇ ਬ੍ਰਿੰਦ ਬਿਕਾਰ ਉਹ ਆਪ ਹੀ ਨਹੀਂ ਤਰੇ ਗੁਰੂ ਦਾ ਬਚਨ ਸੁਣਿਆ ਆਪ ਵੀ ਤਰੇ ਉਹਨਾਂ ਕੋਲ ਜਿਹੜੇ ਵੀ ਬਹਿੰਦੇ ਨੇ ਉਹਨਾਂ ਨੂੰ ਵੀ ਦੱਸੀ ਜਾਂਦੇ ਨੇ ਭਾਈ ਜਪ ਲਓ ਆਈ ਸਮਾਂ ਹੈ ਹੋਰ ਸਮਾਂ ਨਹੀਂ ਇਸ ਤੋਂ ਬਾਅਦ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਮਨੁੱਖਾ ਜਨਮ ਹੁਣਿਓ ਮਿਲਿਆ ਇਸ ਤੋਂ ਬਾਅਦ ਨਹੀਂ ਮਿਲਣਾ ਇਹ ਵਾਰੀ ਬੜੀ ਮੁਸ਼ਕਲ ਹੀ ਆਉਂਦੀ ਹੈ ਜਿਵੇਂ ਆਪ ਪਹਿਲਾਂ ਵੇਖਦੇ ਸੀ ਨਾ ਅਸੀਂ ਜ਼ਿਮੀਂਦਾਰਾਂ ਦੀਆਂ ਨਹਿਰਾਂ ਤੋਂ ਪਾਣੀ ਲਾਉਣੇ ਤੇ ਜਿੱਦਣ ਵਾਰੀ ਹੋਣੀ ਜ਼ਿਮੀਂਦਾਰ ਦੀ ਜੇ ਵਾਰੀ 4 ਵਜੇ ਹੋਣੀ ਉਹਨੇ 3 ਵਜੇ ਹੀ ਖਲੋ ਜਾਣਾ ਵੀ ਵਾਰੀ ਫਿਰ 6 ਦਿਨਾਂ ਬਾਅਦ ਆਉਣੀ ਅੱਜ ਹੀ ਭਰ ਲੈ ਕਦੇ ਖੇਤੀ ਉਜੜ ਨਾ ਜਾਏ ਕਿਤੇ ਖੇਤੀ ਨਾਲ ਗੇੜੇ ਵੀ ਮਾਰਦੇ ਰਹੇ ਨੇ ਜਿੱਥੋਂ ਪਾਣੀ ਆਉਣਾ ਉਹਦੀਆਂ ਖੁੱਡਾਂ ਵੀ ਬੰਦ ਕਰਦੀਆਂ ਰਹੇ ਨੇ ਕਿਤੇ ਪਾਣੀ ਨਾ ਲੰਘ ਜਾਏ ਕਹਿੰਦੇ ਇਹ ਜਿਹੜੀ ਵਾਰੀ ਹੈ ਮਨੁੱਖਾ ਜਨਮ ਦੀ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਇਹ ਬਾਰ-ਬਾਰ ਨਹੀਂ ਆਉਂਦੀ ਇਹ ਹੁਣ ਵਾਰੀ ਖਸਮ ਕਢਾਏ ਇਹ ਵਾਰੀ ਹੁਣਿਓ ਮਿਲੀ ਹੈ ਬਸ ਉੱਠ ਕੇ ਪਹਿਰਾ ਦੇਣਾ ਚਾਹੀਦਾ ਇਹ ਮਹਾਰਾਜ ਜੀ ਕਹਿ ਰਹੇ ਨੇ ਇਹ ਵਾਰੀ ਦੁਬਾਰਾ ਨਹੀਂ ਆਉਣੀ ਤੇ ਇਹ ਵਾਰੀ ਦਾ ਪਤਾ ਵੀ ਕੋਈ ਨਹੀਂ ਦੂਜੀ ਵਾਰੀ ਤੇ ਪਤਾ ਹੈ ਵੀ ਜੇ 4 ਵਜੇ ਆਈ ਹੈ ਤੇ 8 ਵਜੇ ਤੱਕ ਚੱਲੇਗੀ ਇਹਦਾ ਕੋਈ ਪਤਾ ਨਹੀਂ ਜਵਾਨੀ 'ਚ ਵਾਰੀ ਖਤਮ ਹੋ ਜਾਣੀ ਹੈ ਇਹ ਅਧਖੜ ਉਮਰ 'ਚ ਖਤਮ ਹੋ ਜਾਣੀ ਹੈ ਕਿ ਬੁਢਾਪੇ ਤੇ ਹੀ ਜਾਣਾ ਹੈ ਕਿ ਨਹੀਂ ਜਾਣਾ ਇਹ ਕਿਹੜਾ ਪਤਾ ਹੈ ਬੁਢੇਪੇ ਤੇ ਹੀ ਵਾਰੀ ਪਹੁੰਚਣੀ ਹੈ ਕਿ ਨਹੀਂ ਪਹੁੰਚਣੀ ਇਹ ਕਿਹਨੂੰ ਪਤਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਪਤਾ ਲੱਗ ਜਾਏ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਨਿਸੰਗ ਹੋ ਕੇ ਲੱਗ ਜਾਣਾ ਚਾਹੀਦਾ ਹੈ ਧਰਮ ਕ੍ਰਿਤ ਕਰ ਵੰਡ ਕੈ ਅਚਵਹਿ ਬਹੁਰ ਆਹਾਰ ਮਹਾਰਾਜ ਕਹਿੰਦੇ ਧਰਮ ਦੀ ਕ੍ਰਿਤ ਕਰੇ ਆਪ ਕਮਾਏ ਤੇ ਵੰਡ ਕੇ ਦੇ ਦੂਜਿਆਂ ਨੂੰ ਵੀ ਛਕਾਏ ਬਾਣੀ ਕਹਿੰਦੀ ਹੈ ਕਬੀਰ ਲੂਟਣਾ ਹੈ ਤੋ ਲੂਟ ਲੈ ਰਾਮ ਨਾਮ ਹੈ ਲੂਟ ਇਹ ਐਸੀ ਲੁੱਟ ਹੈ ਇਸ ਲੁੱਟ 'ਚ ਜੇਲ੍ਹ ਕੋਈ ਨਹੀਂ ਹੁੰਦੀ ਦੁਨੀਆ ਦੀਆਂ ਲੁੱਟ ਮਚਾਓ ਦੁਨੀਆ ਦੇ ਵਿੱਚ ਜੇਲ੍ਹ ਹੋ ਜਾਏਗੀ ਰੱਬ ਦੇ ਨਾਂ ਦੀ ਲੁੱਟ ਜਿੰਨਾ ਮਚਾਈ ਜੇਲ੍ਹਾਂ ਤੋੜ ਦਿੱਤੀਆਂ ਜੇਲ੍ਹ ਹੋਈ ਨਹੀਂ ਜਿੰਨਾ ਰੱਬ ਦੇ ਨਾਂ ਦੀ ਲੁੱਟ ਕੀਤੀ ਲੁੱਟਣਾ ਹੈ ਤੋ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਤਸ਼ਾਹ ਪਛਤਾਓਗੇ ਜਦ ਪ੍ਰਾਣ ਜਾਏਂਗੇ ਛੂਟ ਜਿੱਦਣੇ ਛੁੱਟ ਗਈ ਤਾਰੀ ਫਿਰ ਪਛਤਾਵਾਂਗੇ ਹਾਂ ਅਜੇ ਤੇ ਸਰੀਰ ਵਿੱਚ ਬੈਠੇ ਹਾਂ ਜਿੱਦਣ ਸਰੀਰ 'ਚੋਂ ਜੀਵ ਆਤਮਾ ਨਿਕਲਣੀ ਹੈ ਜਮਾ ਨਾਲ ਹੀ ਫੜ ਲੈਣਾ ਉੱਥੇ ਹਾਂ ਭਾਈ ਕਿਆ ਤੈ ਖੱਟਿਆ ਅਹਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਛੇਤੀ ਚੱਲ ਤੈਨੂੰ ਸੱਦਿਆ ਮਹਾਰਾਜ ਕਹਿੰਦੇ ਜਿਨ੍ਹਾਂ ਰੱਬ ਦੇ ਨਾਂ ਦੀ ਲੁੱਟ ਪਾਈ ਰੱਬ ਦਾ ਨਾਂ ਜਪਿਆ ਵੇਖੋ ਰੱਬ ਐਸਾ ਹੈ ਉਹਦੇ ਖਜ਼ਾਨੇ ਨੂੰ ਜਿੰਨਾ ਮਰਜ਼ੀ ਲੁੱਟ ਲਓ ਉਹਨੇ ਕਦੀ ਨਹੀਂ ਕਹਿਣਾ ਕਿਉਂ ਲੁੱਟ ਰਹੇ ਸਗੋਂ ਕਹਿੰਦਾ ਹੋਰ ਲੁੱਟ ਲਾ ਦੁਨੀਆ ਦੇ ਕਿਸੇ ਨੇ 10 ਰੁਪਏ ਵੀ ਚੁੱਕ ਲਓਗੇ ਉਹ ਕਹੇਗਾ ਮੇਰੇ ਪੈਸੇ ਚੁੱਕ ਲਏ ਨੇ ਰੱਬ ਦੇ ਪੈਸੇ ਦੁਨੀਆ ਹਜ਼ਾਰਾਂ
ਦੇਂਦਾ ਦੇ ਲੈਂਦੇ ਥੱਕ ਪਾਏ। ਉਹ ਦੇ ਹੀ ਰਿਹਾ ਹੈ, ਦੁਨੀਆ ਥੱਕ ਗਈ ਹੈ। ਲੁੱਟ ਮਚਾ ਮਚਾ ਕੇ ਰੱਬ ਦੇ ਖਜ਼ਾਨਿਆਂ 'ਚ ਰੱਬ ਨਹੀਂ ਥੱਕਿਆ। ਤੇ ਮਹਾਰਾਜ ਕਹਿੰਦੇ ਕਦੀ ਭੰਡਾਰੇ ਉਹਦੇ ਖਤਮ ਵੀ ਨਹੀਂ ਹੋਣੇ। ਸਿੱਖ ਸੰਤ ਜਾਏ ਜੋ ਤਿਨਕੇ ਡੇਰੇ, ਸੇਵਾ ਕਰਹੀ ਭਾਉ ਕਨੇਰੇ। ਕਹਿੰਦੇ ਜਿਹੜੇ ਵੀ ਸਿੱਖ ਸਾਧੂ ਉਹਨਾਂ ਦੇ ਘਰ ਜਾਂਦੇ ਸੀ, ਮਾਲੋ ਤੇ ਮੰਗੋ ਦੇ ਘਰ ਜਿਨ੍ਹਾਂ ਨੇ ਵੀ ਜਾਣਾ, ਉਹਨਾਂ ਦਿਲ ਦੇ ਵਿੱਚ ਬੜਾ ਪ੍ਰੇਮ ਰੱਖ ਕੇ ਉਹਨਾਂ ਦੀ ਸੇਵਾ ਕਰਿਆ ਕਰਦੇ ਸੀ। ਤਿਨਕੇ ਸਦਨ ਦੇਸ ਜਿਸ ਮਾਹੀ, ਭਾ ਉਧਾਰ ਬਹੁ ਨਰਨ ਤਹਾਹੀ। ਕਹਿੰਦੇ ਉਹਨਾਂ ਦੇ ਉੱਥੇ ਡੇਰੇ ਦੇ ਉੱਤੇ ਬੜੀ ਦੁਨੀਆ ਸੇਵਾ ਕਰਦੀ ਸੀ। ਐਸਾ ਕਰਮ ਹੋਇਆ, ਬੜੀ ਦੁਨੀਆ ਉਹਨਾਂ ਦੇ ਨਾਲ ਰਹਿ ਕੇ ਜਿੰਨੀ ਨਾਮ ਧਿਆਇਆ, ਗਏ ਮਸ਼ੱਕਤ ਘਾਲ ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ ਆਪ ਜਪਿਆ, ਜਪ ਕੇ ਗਿਆਨ ਆਇਆ। ਉਹ ਤੋਂ ਪਹਿਲਾਂ ਨਹੀਂ ਜਪਣਾ, ਉਦੋਂ ਤਾਈਂ ਸਫਲ ਨਹੀਂ ਹੈ। ਮਹਾਰਾਜ ਕਹਿੰਦੇ ਉਦੋਂ ਤਾਈਂ ਜਪ ਸਫਲ ਨਹੀਂ ਹੁੰਦਾ ਜਦੋਂ ਤਾਈਂ ਹਿਰਦੇ ਵਿੱਚ ਗਿਆਨ ਨਾ ਆਏ। ਇਹ ਬੜੀ ਔਖੀ ਘਾਲਣਾ ਹੈ। ਜਿੱਦਣ ਗਿਆਨ ਆ ਜਾਂਦਾ ਹੈ ਉਦਣ ਜਪ ਸਫਲ ਹੋ ਜਾਂਦਾ ਹੈ। ਫਿਰ ਉਹ ਆਪ ਵੀ ਉਤਰ ਜਾਂਦੇ ਹਨ, ਦੂਜਿਆਂ ਦਾ ਵੀ ਪਾਰ ਉਤਾਰਾ ਕਰ ਦਿੰਦੇ ਹਨ। ਜਬ ਜਬ ਆਮ ਹੈ ਦਰਸ਼ਨ ਹੇਤਾ, ਸ਼ਬਦ ਪੜੰਤ ਨਰ ਬਿੰਦਰ ਸਮੇਤਾ। ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਜਦੋਂ ਵੀ ਉਹ ਫਿਰ ਗੁਰੂ ਦੇ ਘਰ ਆਇਆ ਕਰਦੇ ਸੀ, ਗੁਰੂ ਸਾਹਿਬ ਦੇ ਘਰ ਆ ਕੇ ਗੁਰਦੁਆਰੇ ਆਉਣਾ, ਕਰਤਾਰਪੁਰ ਸਾਹਿਬ ਮਾਲੋ ਤੇ ਮੰਗੋ ਨੇ ਗੁਰਬਾਣੀ ਦੇ ਸ਼ਬਦ ਹੀ ਪੜ੍ਹੀ ਜਾਣੇ, ਗੁਰਬਾਣੀ ਦਾ ਪਾਠ ਹੀ ਕਰਿਆ ਕਰਦੇ ਸਨ। ਭਵ ਬੰਧਨ ਤੇ ਹੋਏ ਨਿਰਾਰੇ, ਸੰਗੀ ਅਪਰ ਅਨੇਕ ਉਧਾਰੇ। ਭਵ ਬੰਧਨਾਂ ਤੋਂ ਦੁਨੀਆ ਦੇ ਜਿੰਨੇ ਵੀ ਬੰਧਨ ਸਨ ਸਾਰੇ ਤੋੜ ਦਿੱਤੇ। ਤੇ ਮਹਾਰਾਜ ਜੀ ਕਹਿੰਦੇ ਬੜੇ ਵੱਡੇ ਮਨੁੱਖ ਉਹ ਬਣ ਗਏ। ਇੱਕ ਕਾਲੂ ਖੱਤਰੀ ਧਰ ਆਸਾ, ਮਿਲਿਓ ਆਏ ਸ੍ਰੀ ਨਾਨਕ ਪਾਸਾ। ਇੱਕ ਕਾਲੂ ਖੱਤਰੀ ਨਾਂ ਦਾ ਸਿੱਖ ਸੀ ਮਹਾਰਾਜ ਦੇ ਦਰਬਾਰ, ਸੱਚੇ ਪਾਤਸ਼ਾਹ ਦੇ ਦਰਬਾਰ। ਆਪਣੇ ਮਨ ਦੇ ਅੰਦਰ ਆਸਾ ਧਰ ਕੇ, ਆਪਣੇ ਮਨ ਦੇ ਅੰਦਰ ਗੁਰੂ ਦੇ ਪ੍ਰਤੀ ਸ਼ਰਧਾ ਧਰ ਕੇ ਆਇਆ ਤੇ ਹੁਣ ਆ ਕੇ ਗੁਰੂ ਤੋਂ ਕੁਝ ਲੈਣਾ ਚਾਹੁੰਦਾ ਹੈ। ਦੁਆ ਕਰ ਜੋਰ ਬੰਦਨਾ ਠਾਨੀ, ਬੈਠ ਸਮੀਪ ਭੰਨੀ ਪੁੰਨ ਬਾਨੀ। ਗੁਰੂ ਜੀ ਦੇ ਕੋਲ ਆਇਆ, ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ। ਨਮਸਕਾਰ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈਠ ਗਿਆ। ਸਨਮੁਖ ਮਨਮੁਖ ਲੱਛਣ ਜੇਈ, ਕਰੁਣਾ ਕਰੋ ਉਚਾਰੋ ਤੇਈ। ਕਹਿੰਦੇ ਮਹਾਰਾਜ ਮੈਨੂੰ ਇੱਕ ਗੱਲ ਦੱਸੋ, ਗੁਰਮੁਖ ਦੇ ਤੇ ਮਨਮੁਖ ਦੇ ਲੱਛਣ ਦੱਸੋ। ਸਨਮੁਖ ਦੇ ਤੇ ਮਨਮੁਖ ਦੇ, ਜਿਹੜੇ ਗੁਰੂ ਦੇ ਸਨਮੁਖ ਹੁੰਦੇ ਨੇ ਉਹਨਾਂ ਦੇ ਕੀ ਲੱਛਣ ਹੁੰਦੇ ਨੇ, ਤੇ ਜਿਹੜੇ ਮਨਮੁਖ ਹੁੰਦੇ ਹਨ ਉਹਨਾਂ ਦੇ ਕੀ ਲੱਛਣ ਹੁੰਦੇ ਹਨ। ਸੁਣ ਕੈ ਸ੍ਰੀ ਗੁਰ ਗਿਰਾ ਅਲਾਈ, ਕਲਮਲ ਤੇ ਜਿਨ ਕੰਡ ਫਿਰਾਈ। ਕਹਿੰਦੇ ਗੁਰੂ ਸਾਹਿਬ ਜੀ ਨੇ ਉਹਦੇ ਬਚਨ ਸੁਣ ਕੇ ਵੀ ਇਹਨੇ ਹੁਣ ਪੁੱਛ ਰਿਹਾ, ਮਹਾਰਾਜ ਜੀ ਨੇ ਉਹਦੀ ਗੱਲ ਸੁਣ ਕੇ ਫਿਰ ਜਵਾਬ ਦਿੱਤਾ ਹੈ ਉਹਨਾਂ ਦੇ ਲੱਛਣ ਕੀ ਹੁੰਦੇ ਹਨ। ਸੁਕ੍ਰਿਤ ਸੁਮਾਹੇ ਸਾਥੀ ਬ੍ਰਿਤਿਕੋ, ਸੁਣੈ ਸ਼ਬਦ ਗੁਰ ਥਿਤ ਕਰ ਚਿਤ ਕੋ। ਮਹਾਰਾਜ ਕਹਿੰਦੇ ਪਹਿਲਾ ਲੱਛਣ ਤੇ ਉਹਨਾਂ ਦਾ ਇਹ ਹੈ, ਉਹ ਸ਼ੁਭ ਕੰਮ ਕਰਦੇ ਨੇ, ਚੰਗੇ ਕੰਮ ਕਰਦੇ ਨੇ। ਦੂਜੀ ਉਹਨਾਂ ਦੀ ਇਹ ਹੈ ਜਿਹੜੀ ਉਹਨਾਂ ਦੀ ਮਨ ਬਿਰਤੀ ਹੈ, ਪਾਪਾਂ ਤੋਂ ਦੂਰ ਰਹਿੰਦੀ, ਮਨ ਦੇ ਵਿੱਚ ਮਾੜਾ ਵਿਚਾਰ ਨਹੀਂ ਉਹਨਾਂ ਦੇ ਚੱਲਦਾ। ਤੀਜਾ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਗੁਰੂ ਦੇ ਸਨਮੁਖ ਹੋ ਜਾਂਦੇ ਨੇ, ਗੁਰੂ ਦਾ ਸ਼ਬਦ ਸੁਣਦੇ ਨੇ, ਸ਼ਬਦ ਦਾ ਭਾਵ ਉਹਨਾਂ ਦੇ ਅੰਦਰ ਚਲਿਆ ਜਾਂਦਾ। ਗੁਰੂ ਦੀ ਬਾਣੀ ਸੁਣਦੇ ਨੇ, ਜਿਵੇਂ ਜਿਵੇਂ ਬਾਣੀ ਸੁਣੀ ਜਾਂਦੇ ਨੇ ਮਨ ਦੇ ਅੰਦਰ ਬਾਣੀ ਟਿਕਦੀ ਰਹਿੰਦੀ ਹੈ। ਲੱਛਣ ਚਤਰ ਅਪਰ ਹੈ ਜੋਏ, ਸੁਨੋ ਪ੍ਰੀਤ ਕਰ ਉਚਰੈ ਸੋਏ। ਮਹਾਰਾਜ ਜੀ ਕਹਿੰਦੇ ਇਹ ਚਾਰ ਲੱਛਣ ਨੇ ਉਹਨਾਂ ਦੇ। ਪਹਿਲਾ ਲੱਛਣ ਕੀ ਹੈ, ਪਾਪਾਂ ਤੋਂ ਤੋਬਾ ਕਰ ਜਾਣੀ, ਵੀ ਅੱਜ ਤੋਂ ਬਾਅਦ ਮੈਂ ਨਹੀਂ ਪਾਪ ਕਮਾਵਾਂਗਾ, ਮੈਂ ਨਹੀਂ ਕੋਈ ਗਲਤ ਕੰਮ ਕਰਾਂਗਾ। ਨਰ ਅਚੇਤ ਪਾਪ ਤੇ ਡਰ ਰਹੇ, ਪਾਪਾਂ ਤੋਂ ਡਰਨ ਲੱਗ ਜਾਂਦਾ, ਕਿਸੇ ਨੂੰ ਉੱਚੀ ਗੱਲ ਨਹੀਂ ਕਹਿੰਦਾ। ਕਿਉਂਕਿ ਅਸਲ ਦੇ ਵਿੱਚ ਕਈ ਵਾਰੀ ਮਨੁੱਖ ਆਮ ਈਰਖਾ ਇਸ਼ਾਲੂ ਹੋ ਕੇ ਦੂਜੇ ਨੂੰ ਗੱਲ ਕਹਿ ਦਿੰਦਾ, ਤੇਰੇ ਵਿੱਚ ਕੀੜੇ ਗੁਣ ਨੇ, ਆਪਣੇ ਆਪ ਨੂੰ ਵੱਡਾ ਸਮਝਣ ਲੱਗ ਜਾਂਦਾ। ਕਹਿੰਦੇ ਇੱਕ ਸਮੇਂ ਇੱਕ ਬੀਬੀ ਤੋਂ ਕੋਈ ਪਿੰਡ ਦੇ ਵਿੱਚ ਗਲਤੀ ਹੋ ਗਈ, ਗਲਤੀ ਵੱਡੀ ਹੋ ਗਈ, ਸਾਰਾ ਜਿਹੜਾ ਪਿੰਡ ਸੀ ਉਹਦੇ ਪਿੱਛੇ ਪੈ ਗਿਆ, ਇਹਨੂੰ ਪਿੰਡ ਚੋਂ ਬਾਹਰ ਕੱਢ ਦੇ। ਸਾਰਾ ਪਿੰਡ ਉਹਨੂੰ ਮਾਰਨ ਪੈ ਗਿਆ, ਪਿੰਡੋਂ ਬਾਹਰ ਲੈ ਗਏ ਉਹਨੂੰ। ਅੱਗੋਂ ਇੱਕ ਸਾਧੂ ਮਿਲ ਪਿਆ,
ਕਹਿੰਦੇ ਕਿਉਂ ਮਾਰਦੇ ਹੋ ਭਾਈ ਇਹਦੇ ਬੀਬੀ ਦੇ? ਕਹਿੰਦੇ ਬੜੀਆਂ ਗਲਤੀ ਕੀਤੀਆਂ ਨੇ, ਬੜੀ ਵੱਡੀ, ਸਾਡਾ ਤੇ ਜਨਮ ਭ੍ਰਿਸ਼ਟ ਹੋ ਗਿਆ ਇੱਥੇ ਪਿੰਡ ਦੇ ਵਿੱਚ। ਸਾਧੂ ਕਹਿੰਦਾ ਕੋਈ ਗੱਲ ਨਹੀਂ। ਉਹਨੇ ਬੀਬੀ ਨੂੰ ਆਪਣੇ ਕੋਲ ਖਿਲਾਰ ਕੇ ਫਿਰ ਇਹ ਗੱਲ ਕਹੀ, ਸੱਜਣੋ ਹੁਣ ਇਹਦੇ ਹੱਥ ਉਹ ਲਾਇਓ ਜਿਹਨੇ ਜ਼ਿੰਦਗੀ 'ਚ ਗਲਤੀ ਕੋਈ ਨਹੀਂ ਕੀਤੀ। ਹੁਣ ਇਹਦੇ ਵੱਟਾ, ਸਾਰੇ ਵੱਟੇ ਮਾਰ ਰਹੇ ਸੀ, ਕਹਿੰਦੇ ਵੱਟਾ ਹੁਣ ਉਹ ਮਾਰਿਓ ਜਿਹਨੇ ਕਦੀ ਗਲਤੀ ਨਹੀਂ ਕੀਤੀ। ਐਸਾ ਤੁਹਾਡੇ 'ਚੋਂ ਕਿਹੜਾ ਜਿਹਨੇ ਕਦੀ ਗਲਤੀ ਨਹੀਂ ਕੀਤੀ? ਗਲਤੀਆਂ ਮਨੁੱਖਾਂ ਤੋਂ ਹੀ ਹੁੰਦੀਆਂ ਨੇ, ਤੇ ਮਨੁੱਖਾਂ ਤੋਂ ਗਲਤੀਆਂ ਹੋਣ, ਅਸੀਂ ਉਹਨਾਂ ਗਲਤੀਆਂ ਦਾ ਮਜ਼ਾਕ ਉਡਾਈਏ, ਸਾਨੂੰ ਕੀ ਹੱਕ ਹੈ? ਬਾਣੀ ਕਹਿੰਦੀ ਹੈ ਤੈਨੂੰ ਹੱਕ ਨਹੀਂ ਹੈ ਕਿਸੇ ਦੇ ਚੰਗੇ ਮਾੜੇ ਕਰਮ ਵਿਚਾਰਨ ਦਾ, ਇਹ ਹੱਕ ਪਰਮਾਤਮਾ ਨੂੰ ਹੈ। ਮਹਾਰਾਜ ਦੀ ਬਾਣੀ ਕਹਿੰਦੀ ਹੈ ਚੰਗਿਆਈਆਂ ਬੁਰਾਈਆਂ ਵਾਚਿਆ ਧਰਮ ਹਦੂਰ। ਜੀਵਾਂ ਦੇ ਮਾੜੇ ਅਤੇ ਸ਼ੁਭ ਕਰਮਾਂ ਦੀ ਵਿਚਾਰ ਪਰਮਾਤਮਾ ਕਰਦਾ, ਮਨੁੱਖ ਨੂੰ ਨਹੀਂ ਕਰਨੀ ਚਾਹੀਦੀ। ਮਨੁੱਖ ਨੇ ਜੇ ਸ਼ੁਭ ਵਿਚਾਰ ਕਰਨੀ ਹੈ ਉਹ ਸਿਰਫ ਪਰਮਾਤਮਾ ਦੇ ਗੁਣਾਂ ਦੀ ਕਰਨੀ ਚਾਹੀਦੀ ਹੈ, ਜੀਵਾਂ ਦੇ ਨਹੀਂ। ਜੀਵਾਂ ਦੇ ਔਗੁਣਾਂ ਵੱਲ ਵੇਖੋਗੇ, ਬੜੇ ਔਗੁਣ ਨੇ, ਕਿਹੜੇ ਕਿਹੜੇ ਔਗਣ ਨੂੰ ਅਸੀਂ ਆਪਣੇ ਹਿਰਦੇ ਦੇ ਵਿੱਚ ਰੱਖੀ ਜਾਵਾਂਗੇ। ਮੈਤਰਿਆ ਕਰਨਾ ਦ્વੈ ਲਖੋ ਮੁਦਤਾ ਤੀਜੀ ਜਾਨ। ਹੁਣ ਮਹਾਰਾਜ ਜੀ ਕਹਿੰਦੇ ਫਿਰ ਮੈਂ ਤੈਨੂੰ ਅੱਗੇ ਦੱਸਦਾ ਹਾਂ। ਕਹਿੰਦੇ ਇੱਕ ਹੁੰਦੇ ਨੇ ਮੈਤਰੀ ਸਨਮੁਖ, ਦੂਜੇ ਹੁੰਦੇ ਨੇ ਕਰੁਣਾ ਸਨਮੁਖ, ਤੇ ਤੀਜੇ ਹੁੰਦੇ ਨੇ ਮੁਦਤਾ ਸਨਮੁਖ। ਚਤੁਰ ਉਫੇਕਿਆ ਜਿਸ ਵਿਖੈ ਸਨਮੁਖ ਸੇ ਪਹਿਚਾਨ। ਚੌਥੇ ਹੁੰਦੇ ਨੇ ਉਪੇਖਿਆ। ਉਪੇਖਿਆ ਦਾ ਮਤਲਬ ਜਿਨ੍ਹਾਂ ਦਾ ਮਨ ਰਾਗ ਦਵੇਸ਼ ਤੋਂ ਦੂਰ ਹੋ ਜਾਂਦਾ ਹੈ। ਇਹ ਚਾਰ ਪ੍ਰਕਾਰ ਦੇ ਸਨਮੁਖ ਮਨੁੱਖਾਂ ਦੀ ਗੱਲ ਗੁਰੂ ਸਾਹਿਬ ਕਰ ਰਹੇ ਹਨ। ਕਾਲੂ ਕਹਿਓ ਨਾ ਜਾਣਿਓ ਜਾਈ, ਅਰਥ ਖੋਲ ਦੀਜੈ ਸਮਝਾਈ। ਕਾਲੂ ਕਹਿਣ ਲੱਗਿਆ ਮਹਾਰਾਜ ਜੀ ਮੈਨੂੰ ਸਮਝ ਨਹੀਂ ਲੱਗੀ, ਤੁਸੀਂ ਚਾਰ ਤਰੀਕੇ ਤੇ ਦੱਸ ਦਿੱਤੇ ਨੇ ਵੀ ਇਹ ਚਾਰ ਹੁੰਦੇ ਨੇ, ਮੈਤਰੀ ਹੁੰਦੇ ਨੇ, ਕਰਨਾ ਹੁੰਦੇ ਨੇ, ਮੁਦਤਾ ਹੁੰਦੇ ਨੇ, ਉਪੇਖਿਆ ਸਨਮੁਖ ਹੁੰਦੇ ਨੇ। ਇਹ ਚਾਰ ਪ੍ਰਕਾਰ ਦੇ ਗੁਰਮੁਖ ਤੇ ਹੁੰਦੇ ਨੇ, ਪਰ ਮੈਨੂੰ ਸਮਝ ਨਹੀਂ ਲੱਗੀ। ਤੁਸੀਂ ਐਵੇਂ ਕਰੋ, ਚਾਰੇ ਜਿਹੜੇ ਸਨਮੁਖ ਨੇ ਇਹਨਾਂ ਦੇ ਅਰਥਾਂ ਨੂੰ ਖੋਲ ਕੇ ਮੈਨੂੰ ਦੱਸੋ। ਸੁਣ ਸ੍ਰੀ ਮੁਖ ਜੋ ਬਚਨ ਲਾਇਆ, ਮੈਤਰੀ ਅਰਥ ਮੀਤ ਸਮੁਦਾਇਆ। ਮਹਾਰਾਜ ਜੀ ਕਹਿੰਦੇ ਨੇ ਵੀ ਜਿਹੜਾ ਮੈਤਰੀ ਹੁੰਦਾ ਨਾ, ਜਿਹੜਾ ਪਹਿਲਾ ਗੁਰਮੁਖ ਹੁੰਦਾ ਹੈ, ਜਾਂ ਸਾਨੂੰ ਗੁਰਬਾਣੀ ਵਿੱਚ ਸਨਮੁਖ ਤੇ ਗੁਰਮੁਖ ਦੋਵੇਂ ਸ਼ਬਦ ਇੱਕੋ ਸੰਦਰਭ ਦੇ ਨੇ, ਸੰਕਲਪ ਇੱਕੋ ਹੈ, ਸ਼ਬਦ ਦੋ ਨੇ, ਭਾਵ ਵਿਚਾਰ ਇੱਕ ਹੀ ਹੈ ਗੁਰਮੁਖ ਤੇ ਸਨਮੁਖ ਦੀ, ਸੰਕਲਪ ਇੱਕ ਹੈ, ਸ਼ਬਦ ਦੋ ਨੇ। ਮਹਾਰਾਜ ਕਹਿੰਦੇ ਜਿਹੜੇ ਮਨੁੱਖ ਸਾਰਿਆਂ ਦੇ ਮਿੱਤਰ ਹੋਣ, ਸਾਰਿਆਂ ਦੇ ਨਾਲ ਪਿਆਰ ਨਾਲ ਰਹਿਣ, ਉਹਨਾਂ ਮਨੁੱਖਾਂ ਨੂੰ ਮੈਤਰੀ ਸਨਮੁਖ ਕਿਹਾ ਜਾਂਦਾ ਹੈ। ਵਿਖੈ ਸੁਖੀ ਕਹਿ ਨਿਜ ਸੁਖ ਜਾਣੈ, ਪਰ ਸੁਖ ਦੇਖ ਨਾ ਈਰਖਾ ਠਾਨੈ। ਕਹਿੰਦੇ ਸਾਰਿਆਂ ਨੂੰ ਸੁਖੀ ਵੇਖ ਕੇ ਖੁਸ਼ ਹੋਏ। ਮਹਾਰਾਜ ਕਹਿੰਦੇ ਦੂਸਰੇ ਨੂੰ ਦੁਖੀ ਵੇਖ ਕੇ ਖੁਸ਼ ਨਾ ਹੋ। ਸਾਰਿਆਂ ਨੂੰ ਸੁਖੀ ਵੇਖ ਕੇ ਖੁਸ਼ ਹੋਏ ਤੇ ਦੂਜੇ ਦਾ ਸੁੱਖ ਵੇਖ ਕੇ ਮਨ ਦੇ ਵਿੱਚ ਈਰਖਾ ਨਾ ਕਰੇ। ਵਿਦਿਆ ਕੀਤੋ ਦਰਬ ਨਿਜ ਪਾਸਾ, ਤੇ ਸੋ ਪਰ ਕੋ ਦੇ ਸੁਖ ਰਾਸਾ। ਜੇ ਆਪਣੇ ਕੋਲ ਵਿਦਿਆ ਹੋਏ, ਗਿਆਨ ਹੋਏ, ਜਾਂ ਧਨ ਬਹੁਤਾ ਹੋਏ, ਦੂਜਿਆਂ ਨੂੰ ਧਨ ਦੇਵੇ, ਦੂਜਿਆਂ ਦੀ ਮਦਦ ਕਰੇ, ਵਿਦਿਆ ਹੋਏ ਦੂਜਿਆਂ ਨੂੰ ਗਿਆਨ ਦੇਵੇ, ਇਹਨਾਂ ਨੂੰ ਮੈਤਰਿਕ ਸਨਮੁਖ ਦੀ ਸ਼੍ਰੇਣੀ 'ਚ ਲਿਆ ਜਾਂਦਾ ਹੈ। ਕਰਤ ਭਲਾਈ ਮੀਤ ਸੋ, ਤਿਉ ਕੀਜੈ ਸਭ ਸੰਗ। ਸਾਰਿਆਂ ਦੀ ਭਲਾਈ ਕਰਦਾ ਹੈ ਤੇ ਸਾਰਿਆਂ ਦੇ ਨਾਲ ਜੁੜ ਕੇ ਰਹਿੰਦਾ ਹੈ। ਮੈਤਰੀ ਕੇ ਲੱਛਣ ਇਹ ਕਰੈ, ਨਾ ਕਹਿ ਮਨ ਭੰਗ। ਕਹਿੰਦੇ ਇਹ ਹਨ ਮੈਤਰੀ ਸਨਮੁਖ ਦੇ ਲੱਛਣ, ਭਾਵ ਉਹ ਕਿਸੇ ਦਾ ਦਿਲ ਨਹੀਂ ਦਿਖਾਉਂਦਾ, ਸਾਰਿਆਂ ਦੇ ਨਾਲ ਦਿਲ ਜੋੜ ਕੇ ਰਹਿੰਦਾ ਹੈ। ਐਸੇ ਮਨੁੱਖ ਨੂੰ ਮੈਤਰੀ ਸਨਮੁਖ ਕਹਿੰਦੇ ਹਨ। ਨਿਜ ਤੇ ਵਿਦਿਆ ਕੈ ਧਨ ਮਾਹੀ, ਕੈ ਬਲ ਵਿਖੈ ਕੇ ਮਤ ਲਗ ਆਹੀ। ਕਹਿੰਦੇ ਜੇ ਦੂਜੇ ਤੁਹਾਡੇ ਤੋਂ ਵਿਦਿਆ ਵਿੱਚ ਵੱਡੇ ਹੋਣ, ਉਹਨੂੰ ਵੇਖ ਕੇ ਅੱਗੇ ਨਾ ਜਾਏ, ਈਰਖਾ ਨਾ ਕਰੇ। ਇਹਨੂੰ ਮਹਾਰਾਜ ਜੀ ਕਹਿੰਦੇ ਨੇ ਦੂਜੀ ਸ਼੍ਰੇਣੀ ਵਿੱਚ ਲਿਆ ਜਾਂਦਾ ਹੈ। ਇਨ ਕੋ ਅਨੁਜ ਆਤਮ ਜਨ ਆਈ, ਕਰ ਸਹਾਇਤਾ ਦੇ ਬਦਾਈ। ਜਿਹੜੇ ਛੋਟੇ ਹੋਣ ਆਪਣੇ ਤੋਂ, ਉਹਨਾਂ ਦਾ ਮਜ਼ਾਕ ਨਾ ਡਾਏ। ਇਹ ਦੂਜੇ ਲੱਛਣ ਦੱਸ ਰਹੇ ਨੇ ਮਹਾਰਾਜ, ਗੁਰਮੁਖ ਕੈਸੇ ਹੁੰਦੇ ਨੇ। ਜਿਹੜੇ ਆਪਣੇ ਨਾਲ ਛੋਟੇ ਹੋਣ ਉਹਨਾਂ ਦਾ ਮਜ਼ਾਕ ਨਾ ਡਾਏ, ਸਗੋਂ ਉਹਨਾਂ ਦੀ ਮਦਦ ਕਰੇ। ਲਗ ਕੋ ਦੇਖ ਗਰਬ ਨਾ ਕਰਹੀ,
ਇਸ ਕੋ ਕਰਨਾ ਸੰਤ ਉਚਰਹੀ। ਛੋਟੇ ਨੂੰ ਵੇਖ ਕੇ ਦਿਲ ਦੇ ਵਿੱਚ ਕਰੁਣਾ ਕਰੇ, ਛੋਟੇ ਨੂੰ ਵੇਖ ਕੇ ਅੰਦਰ ਗਰਵ ਨਾ ਕਰੇ ਵੀ ਇਹਦੇ ਕੋਲ ਤੇ ਕੁਝ ਵੀ ਨਹੀਂ, ਮੇਰੇ ਕੋਲ ਇੰਨਾ ਕੁਝ ਹੈ। ਇਹਨੂੰ ਕਹਿੰਦੇ ਨੇ ਇਹ ਕਰਨਾ ਸਨਮੁਖ ਹੈ। ਮਹਾਰਾਜ ਤੇ ਇਹਨੂੰ ਸੰਤ ਹੀ ਕਹਿੰਦੇ ਹਨ। ਜੇ ਉਰ ਧਰੇ ਤਰੇ ਭਵ ਸੇਈ, ਸਨਮੁਖ ਨਾਮ ਲਖੋ ਤੁਮ ਤੇਈ। ਜਿਹੜੇ ਇਸ ਪ੍ਰਕਾਰ ਦੀ ਵਿਚਾਰ ਆਪਣੇ ਅੰਦਰ ਧਰਦੇ ਨੇ ਉਹਨਾਂ ਨੂੰ ਫਿਰ ਸਨਮੁਖ ਕਿਹਾ ਜਾਂਦਾ ਹੈ। ਇੱਥੋਂ ਤੇ ਦੀ ਵਿਚਾਰ ਅਸੀਂ ਅੱਜ ਸ਼ਰਵਣ ਕੀਤੀ ਹੈ। ਕੱਲ ਨੂੰ ਜਿਹੜੀਆਂ ਦੋ ਅੱਗੇ ਰਹਿ ਗਈਆਂ ਨੇ, ਮੁਦਤ ਅਤੇ ਉਪੇਖਿਆ, ਉਹ ਕਿਹੜੇ ਹੁੰਦੇ ਨੇ, ਉਹਨਾਂ ਦੇ ਲੱਛਣ ਕੀ ਤੇ ਮਨਮੁਖ ਦੇ ਲੱਛਣ ਕੀ ਨੇ। ਕਈ ਵਾਰੀ ਐਸਾ ਹੁੰਦਾ ਹੈ ਮਨੁੱਖ ਆਪਣੇ ਲੱਛਣ ਮਨੁੱਖ ਨੂੰ ਨਹੀਂ ਪਤਾ ਹੁੰਦੇ, ਇਸ ਕਰਕੇ ਕਈ ਵਾਰੀ ਮਨੁੱਖ ਇਹ ਸੋਚ ਲੈਂਦਾ ਤੂੰ ਗੁਰਮੁਖ ਦੀ ਸ਼੍ਰੇਣੀ ਵਿੱਚ, ਪਰ ਐਸਾ ਨਹੀਂ ਹੁੰਦਾ। ਆਪਾਂ ਔਗੁਣਾਂ ਦੇ ਭਰੇ ਹੋਏ ਜੀਵ ਹਾਂ। ਹਮ ਅਵਗੁਣ ਭਰੇ ਏਕ ਗੁਣ ਨਹੀਂ, ਔਗੁਣਾਂ ਨਾਲ ਭਰੇ ਹੋਏ ਹਾਂ। ਇਸ ਕਰਕੇ ਆਪਣੇ ਆਪ ਨੂੰ ਨੀਵਾਂ ਹੀ ਸਮਝਣਾ ਚਾਹੀਦਾ।